ਹੈਲੋ ਸਟੂਡੈਂਟਸ, ਸਵਾਗਤ ਹੈ ਤੁਹਾਡਾ ਸਾਈਫਾਈ ਸਟੱਡੀ ਦੇ ਉੱਪਰ। ਹਾਂਜੀ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਪੀਐਸ ਟੈਟ ਦਾ ਜਿਹੜਾ ਰਿਜ਼ਲਟ ਹੈ ਆਊਟ ਹੋ ਚੁੱਕਿਆ ਹੈ। ਆਈ ਹੋਪ ਤੁਸੀਂ ਸਭ ਨੇ ਆਪਣਾ ਰਿਜ਼ਲਟ ਹੈ ਜਿਹੜਾ ਚੈੱਕ ਕਰ ਲਿਆ ਹੋਊਗਾ। ਜਿਹੜਾ ਵੀ ਬੱਚਾ ਰਿਜ਼ਲਟ ਚੈੱਕ ਕਰਨੇ ਕਰਨੀ ਉਹ ਰਹਿੰਦਾ ਹੈ, ਉਹ ਆਪਣੀ ਸਾਈਟ 'ਤੇ ਜਾ ਕੇ ਰਿਜ਼ਲਟ ਆਪਣਾ ਦੇਖ ਸਕਦਾ ਹੈ। ਜਿਨ੍ਹਾਂ ਦਾ ਵੀ ਰਿਜ਼ਲਟ ਕੁਆਲੀਫਾਈ ਹੋ ਗਿਆ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਕੰਗਰੈਚੁਲੇਸ਼ਨਸ। ਉਹ ਆਪਣੇ ਸੈਕਿੰਡ ਪੇਪਰ ਦੀ ਤਿਆਰੀ ਸ਼ੁਰੂ ਕਰ ਦੇਣ। ਜਿਨ੍ਹਾਂ ਦਾ ਵੀ ਕਿਸੇ ਕਾਰਨ ਕਰਕੇ ਰਿਜ਼ਲਟ ਆ ਜਿਹੜਾ ਰਹਿ ਗਿਆ, ਉਹ ਨੈਕਸਟ ਟਾਈਮ ਵਧੀਆ ਤਰੀਕੇ ਨਾਲ ਆਪਣਾ ਵਧੀਆ ਸਟ੍ਰੈਟਜੀ ਦੇ ਨਾਲ ਪ੍ਰੈਪਰੇਸ਼ਨ ਕਰਨ, ਦੈਨ ਉਹ ਸੈਕਿੰਡ ਪੇਪਰ ਲਈ ਕੁਆਲੀਫਾਈ ਕਰਨ ਖੁਦ ਨੂੰ। ਠੀਕ ਹੈ, ਤੁਹਾਨੂੰ ਪਤਾ ਹੀ ਹੈ ਕਿ ਇਸ ਚੈਨਲ ਉੱਪਰ ਆਪਾਂ ਈਟੀਟੀ ਕੇਡਰ ਪੇਪਰ ਸੈਕਿੰਡ ਦੇ ਸਾਇੰਸ ਸਬਜੈਕਟ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਜਿਹੜੇ ਵੀ ਬੱਚੇ ਅਜੇ ਤੱਕ ਸਾਇੰਸ ਸਬਜੈਕਟ ਦੀ ਪ੍ਰੈਪਰੇਸ਼ਨ ਨਹੀਂ ਕਰਨ ਲੱਗੇ, ਉਹਨਾਂ ਨੂੰ ਇਹੀ ਸਲਾਹ ਹੈ ਕਿ ਉਹ ਆਪਣੀ ਜਲਦੀ ਤੋਂ ਜਲਦੀ ਜਿਹੜੀ ਤਿਆਰੀ ਹੈ ਸ਼ੁਰੂ ਕਰ ਦਿਓ, ਕਿਉਂਕਿ ਪੇਪਰ ਹੈ ਜਿਹੜਾ ਕਦੋਂ ਵੀ ਹੋ ਸਕਦਾ ਹੈ। ਠੀਕ ਹੈ, ਆਪਾਂ ਚੈਨਲ 'ਤੇ ਟੌਪਿਕ ਵਾਈਜ਼ ਵੀਡੀਓ ਪਾ ਰਹੇ ਹਾਂ ਸਾਰੀਆਂ, ਤੁਸੀਂ ਸਾਰੇ ਜਾ ਕੇ ਪਲੇਲਿਸਟ ਚੈੱਕ ਕਰ ਸਕਦੇ ਹੋ। ਠੀਕ ਹੈ, ਆਪਾਂ ਨੇ ਚੈਪਟਰ ਸਟਾਰਟ ਕੀਤਾ ਹੋਇਆ ਸੀ ਨੈਚੁਰਲ ਰਿਸੋਰਸਿਸ। ਅੱਜ ਆਪਾਂ ਉਸਦਾ ਸੈਕਿੰਡ ਪਾਰਟ ਲੈ ਕੇ ਆਏ ਹਾਂ। ਜਿਸ ਨੇ ਵੀ ਵੀਡੀਓ ਫਸਟ ਨਹੀਂ ਦੇਖੀ ਉਹ ਚੈਨਲ 'ਤੇ ਜਾ ਕੇ ਪਹਿਲਾਂ ਫਸਟ ਵੀਡੀਓ ਦੇਖ ਸਕਦੇ ਨੇ, ਦੈਨ ਤੁਸੀਂ ਸੈਕਿੰਡ ਵੀਡੀਓ ਦੇਖ ਸਕਦੇ ਹੋ। ਹਾਂਜੀ, ਕੰਟੀਨਿਊ ਕਰਦੇ ਹਾਂ। ਨੈਚੁਰਲ ਰਿਸੋਰਸਿਸ ਦਾ ਅੱਜ ਇਹ ਸੈਕਿੰਡ ਪਾਰਟ ਹੈ। ਦੇਖੋ, ਆਪਾਂ ਨੇ ਸਾਰਾ ਜਿਹੜਾ ਬੇਸਿਕ ਸੀਗਾ ਉਹ ਫਸਟ ਪਾਰਟ ਦੇ ਵਿੱਚ ਕਵਰ ਕਰ ਲਿਆ ਸੀ। ਅੱਜ ਆਪਣਾ ਸੈਕਿੰਡ ਪਾਰਟ ਹੈ, ਇਹਦੇ ਵਿੱਚ ਆਪਾਂ ਮਿੱਟੀ ਬਾਰੇ ਪੜ੍ਹਾਂਗੇ। ਠੀਕ ਹੈ, ਕਿਹੜੇ ਕਿਹੜੇ ਨੈਚੁਰਲ ਰਿਸੋਰਸਿਸ ਨੇ ਜਿਹੜੇ ਬਚਾ ਕੇ ਰੱਖਣੇ ਚਾਹੀਦੇ ਨੇ, ਕਿਵੇਂ ਬਚਾਉਂਦੇ ਆ ਆਪਾਂ, ਉਹ ਸਾਰਾ ਕੁਛ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਮਿੱਟੀ ਵਿੱਚ ਖਣਿਜ ਦੀ ਭਰਪੂਰਤਾ। ਆਪਾਂ ਨੂੰ ਪਤਾ ਹੈ ਕਿ ਜਿਹੜੀ ਆਪਣੀ ਮਿੱਟੀ ਹੁੰਦੀ ਹੈ ਉਹਦੇ ਵਿੱਚ ਬਹੁਤ ਸਾਰੇ ਖਣਿਜ ਪਦਾਰਥ ਹੁੰਦੇ ਆ। ਠੀਕ ਹੈ, ਫਸਟਲੀ ਆਪਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਮਿੱਟੀ ਹੁੰਦੀ ਕੀ ਹੈ ਅਤੇ ਇਹ ਕਿਵੇਂ ਬਣਦੀ ਹੈ। ਠੀਕ ਹੈ, ਦੇਖੋ ਜਿਹੜੀ ਧਰਤੀ ਹੈ, ਆਪਣੀ ਅਰਥ ਹੈ ਜਿਹੜੀ ਧਰਤੀ, ਉਹਦੇ ਉੱਪਰ ਅਲੱਗ-ਅਲੱਗ ਪਰਤਾਂ ਬਣੀਆਂ ਹੋਈਆਂ ਨੇ। ਠੀਕ ਹੈ, ਜਿਹੜੀ ਸਭ ਤੋਂ ਬਾਹਰਲੀ ਪਰਤ ਹੈ, ਸਭ ਤੋਂ ਉੱਪਰ ਵਾਲੀ ਪਰਤ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਕਰਸਟ, ਯਾਨੀ ਕਿ ਪੇਪੜੀ। ਠੀਕ ਹੈ, ਇਸੇ ਪਰਤ ਦੇ ਵਿੱਚ ਜਿਹੜੀ ਮਿੱਟੀ ਆ ਉਹ ਪਾਈ ਜਾਂਦੀ ਆ। ਦੇਖੋ, ਇਸ ਪਰਤ ਵਿੱਚ ਮਿਲਣ ਵਾਲੇ ਖਣਿਜ ਜੀਵਾਂ ਨੂੰ ਵੱਖ-ਵੱਖ ਕਿਸਮਾਂ ਦੇ ਪਾਲਣ ਪੋਸ਼ਣ ਕਰਨ ਵਾਲੇ ਤੱਤ ਪ੍ਰਦਾਨ ਕਰਦੇ ਹਨ। ਧਰਤੀ ਦੀ ਸਤ੍ਹਾ ਜਾਂ ਉਸਦੇ ਨਾਲ ਮਿਲਣ ਵਾਲੀਆਂ ਚਟਾਨਾਂ ਵੱਖ-ਵੱਖ ਕਿਸਮ ਦੀਆਂ ਭੌਤਿਕ, ਰਸਾਇਣਿਕ ਅਤੇ ਕੁਝ ਜੈਵਿਕ ਕਿਰਿਆਵਾਂ ਰਾਹੀਂ ਟੁੱਟ ਜਾਂਦੀਆਂ ਹਨ। ਟੁੱਟਣ ਤੋਂ ਬਾਅਦ ਸਭ ਤੋਂ ਅੰਤ ਵਿੱਚ ਬਚਿਆ ਬਰੀਕ ਕਣ ਮਿੱਟੀ ਹੈ। ਦੇਖੋ, ਧਰਤੀ ਦੀ ਜਿਹੜੀ ਸਾਰੀ ਬਾਹਰਲੀ ਪਰਤ ਹੈ ਉਹ ਆਪਣੇ ਕੋਲੇ ਕੀ ਹੈਗੀ, ਕਰਸਟ, ਜਿਹਨੂੰ ਆਪਾਂ ਪੇਪੜੀ ਕਹਿੰਦੇ ਹਾਂ। ਠੀਕ ਹੈ, ਪੇਪੜੀ ਦੇ ਵਿੱਚ ਕੀ ਹੁੰਦਾ ਗਾ, ਬਹੁਤ ਸਾਰੀਆਂ ਭੌਤਿਕ ਅਤੇ ਰਸਾਇਣਿਕ ਕਿਰਿਆਵਾਂ ਹੁੰਦੀਆਂ ਨੇ, ਕਈ ਜੈਵਿਕ ਕਿਰਿਆਵਾਂ ਹੁੰਦੀਆਂ ਨੇ ਜਿਹੜੀਆਂ ਜੀਵ ਜੰਤੂ ਕਰਦੇ ਆ। ਉਹਨਾਂ ਦੇ ਨਾਲ ਕੀ ਹੈ, ਚਟਾਨਾਂ ਵਗੈਰਾ ਨੇ ਜਿਹੜੀਆਂ ਟੁੱਟਦੀਆਂ ਰਹਿੰਦੀਆਂ ਨੇ, ਟੁੱਟ ਕੇ ਉਹ ਸਭ ਤੋਂ ਛੋਟੇ ਛੋਟੇ ਜਿਹੜੇ ਕਣਾਂ ਦੇ ਵਿੱਚ ਤਬਦੀਲ ਹੋ ਜਾਂਦੀਆਂ ਨੇ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਮਿੱਟੀ। ਠੀਕ ਹੈ, ਦੇਖੋ ਇਸ ਤਰ੍ਹਾਂ ਨਾਲ ਚਟਾਨਾਂ ਟੁੱਟ ਕੇ ਕੀ ਹੈ, ਛੋਟੇ ਛੋਟੇ ਬਰੀਕ ਕਣਾਂ ਦੇ ਵਿੱਚ ਬਦਲੀ ਜਾਂਦੀਆਂ ਨੇ। ਇਹ ਆਪਣੇ ਕੋਲ ਜਿਹੜੇ ਬਰੀਕ ਕਣ ਨੇ ਕੀ ਬਣ ਰਹੇ ਨੇ, ਇਹ ਮਿੱਟੀ ਬਣ ਰਹੇ ਨੇ। ਠੀਕ ਹੈ, ਇਸ ਤੋਂ ਆਪਾਂ ਮਿੱਟੀ ਨੂੰ ਦੇਖ ਸਕਦੇ ਹਾਂ। ਹੁਣ ਆਪਾਂ ਨੇ ਪੜ੍ਹਨਾ ਹੈ ਕਿ ਉਹ ਕਿਹੜੇ ਕਿਹੜੇ ਕਾਰਕ ਨੇ, ਕਿਹੜੀਆਂ ਕਿਹੜੀਆਂ ਪ੍ਰਕਿਰਿਆਵਾਂ ਨੇ ਜਿਨ੍ਹਾਂ ਕਰਕੇ ਮਿੱਟੀ ਹੈ ਜਿਹੜੀ ਬਣਦੀ ਹੈ। ਠੀਕ ਹੈ, ਕਿਹੜੇ ਕਿਹੜੇ ਫੈਕਟਰ ਨੇ ਜਿਹੜੇ ਇਫੈਕਟ ਕਰਦੇ ਆ ਮਿੱਟੀ ਨੂੰ ਬਣਨ ਦੇ ਵਿੱਚ। ਸਭ ਤੋਂ ਪਹਿਲਾਂ ਆਪਣੇ ਕੋਲੇ ਆ ਗਿਆ ਸੂਰਜ। ਠੀਕ ਹੈ, ਸੂਰਜ ਦੇ ਕਾਰਨ ਹੁਣ ਮਿੱਟੀ ਕਿਵੇਂ ਬਣਦੀ ਹੈ, ਕੀ ਹੁੰਦਾ ਹੈ ਕਿ ਸੂਰਜ ਆ ਜਿਹੜਾ ਦਿਨ ਵੇਲੇ ਚਟਾਨਾਂ ਨੂੰ ਕੀ ਕਰ ਦਿੰਦਾ, ਗਰਮ ਕਰ ਦਿੰਦਾ, ਕਿਉਂਕਿ ਹੀਟ ਦਿੰਦਾ। ਸੂਰਜ ਸਾਰੇ ਪਰਬਤ ਚਟਾਨਾਂ ਨੂੰ ਕੀ ਕਰ ਦਿੰਦਾ, ਗਰਮ ਕਰ ਦਿੰਦਾ। ਠੀਕ ਹੈ, ਜਿਹਦੇ ਕਰਕੇ ਗਰਮੀ ਦੇ ਨਾਲ ਉਹ ਕੀ ਨੇ, ਫੈਲ ਜਾਂਦੀਆਂ ਨੇ। ਕਲੀਅਰ ਹੈ। ਫਿਰ ਰਾਤ ਸਮੇਂ ਕੀ ਹੁੰਦਾ, ਗਰਮੀ ਨਹੀਂ ਹੁੰਦੀ ਤਾਂ ਚਟਾਨਾਂ ਕੀ ਹੋ ਜਾਂਦੀਆਂ ਨੇ, ਠੰਡੀਆਂ ਹੋ ਜਾਂਦੀਆਂ ਨੇ ਅਤੇ ਸੁੰਗੜਨ ਲੱਗ ਜਾਂਦੀਆਂ ਨੇ। ਇਸ ਤਰ੍ਹਾਂ ਜਦੋਂ ਬਾਰ-ਬਾਰ ਹੁੰਦਾ, ਸੁੰਗੜਦੀਆਂ ਨੇ, ਫੈਲਦੀਆਂ ਨੇ, ਤਾਂ ਜਿਹੜਾ ਹਰੇਕ ਭਾਗ ਹੈ ਉਹ ਬਰਾਬਰ ਰੂਪ ਦੇ ਵਿੱਚ ਨਾ ਤਾਂ ਸੁੰਗੜ ਸਕਦਾ ਅਤੇ ਨਾ ਹੀ ਫੈਲ ਸਕਦਾ, ਜਿਹਦੇ ਕਰਕੇ ਬਾਰ-ਬਾਰ ਇੱਕੋ ਹੀ ਕਿਰਿਆ ਹੋਣ ਦੇ ਨਾਲ ਚਟਾਨ ਦੇ ਵਿੱਚ ਕੀ ਆ ਜਾਂਦੀ ਹੈ, ਤਰੇੜ ਆ ਜਾਂਦੀ ਹੈ। ਠੀਕ ਹੈ, ਤਰੇੜ ਆ ਜਾਂਦੀ ਹੈ, ਜਿਹਦੇ ਕਰਕੇ ਅੰਤ ਵਿੱਚ ਜਿਹੜੀ ਵੱਡੀ ਚਟਾਨ ਆ ਉਹ ਟੁੱਟ ਕੇ ਕੀ ਆ, ਛੋਟੇ ਛੋਟੇ ਟੁਕੜਿਆਂ ਵਿੱਚ ਵੰਡੀ ਜਾਂਦੀ ਹੈ ਅਤੇ ਜਿਹੜੇ ਛੋਟੇ ਛੋਟੇ ਟੁਕੜੇ ਨੇ ਅੱਗੇ ਹੋਰ ਬਰੀਕ ਕਣ ਬਣ ਜਾਂਦੇ ਨੇ, ਜਿਹਦੇ ਤੋਂ ਕੀ ਆ, ਮਿੱਟੀ ਬਣਦੀ ਹੈ। ਠੀਕ ਹੈ, ਦੇਖੋ ਇਸ ਤਰ੍ਹਾਂ ਨਾਲ ਇਹ ਦੇਖੋ ਤਰੇੜਾਂ ਨੇ ਜਿਹੜੀਆਂ ਵਿੱਚ ਆ ਰਹੀਆਂ ਨੇ ਪਰਬਤਾਂ ਦੇ। ਠੀਕ ਹੈ, ਇਹ ਜਿਹੜੀਆਂ ਤਰੇੜਾਂ ਨੇ ਇਹਨਾਂ ਦੇ ਵਿੱਚੋਂ ਕੀ ਬਣ ਰਹੀ ਹੈ, ਮਿੱਟੀ ਬਣ ਰਹੀ ਹੈ, ਟੁੱਟ ਟੁੱਟ ਕੇ ਨੀਚੇ ਡਿੱਗ ਰਹੇ ਨੇ, ਟੁੱਟ ਕੇ, ਜਿੱਥੋਂ ਕਿ ਛੋਟੇ ਛੋਟੇ ਕਣ ਬਣਦੇ ਆ ਅਤੇ ਮਿੱਟੀ ਬਣ ਜਾਂਦੀ ਹੈ। ਠੀਕ ਹੈ, ਇਹ ਪਿਕਚਰ ਨੂੰ ਦਿਮਾਗ 'ਚ ਰੱਖਿਓ। ਆਪਣੀ ਜਿਹੜੀ ਪ੍ਰੈਜੈਂਟੇਸ਼ਨ ਦੇ ਵਿੱਚ ਪਿਕਚਰਸ ਜ਼ਿਆਦਾ ਇਸੇ ਕਰਕੇ ਲਗਾਈਆਂ ਜਾਂਦੀਆਂ ਨੇ, ਕਿਉਂਕਿ ਜਿਹੜੇ ਪਿਕਚਰਸ ਨੇ ਉਹਨਾਂ ਨੂੰ ਦਿਮਾਗ ਜਲਦੀ ਕੈਚ ਕਰਦਾ ਅਤੇ ਆਪਣੀ ਜਿਹੜੀ ਚੀਜ਼ ਆ ਜ਼ਿਆਦਾ ਸਮੇਂ ਲਈ ਯਾਦ ਵੀ ਰਹਿੰਦੀ ਹੈ। ਠੀਕ ਹੈ, ਪਿਕਚਰ ਨੂੰ ਦਿਮਾਗ 'ਚ ਬਿਠਾ ਲਿਆ ਕਰੋ। ਨੈਕਸਟ ਹੈਗਾ ਆਪਣੇ ਕੋਲੇ ਜਲ, ਯਾਨੀ ਕਿ ਵਾਟਰ। ਪਾਣੀ ਵੀ ਜਿਹੜਾ ਮਿੱਟੀ ਦੇ ਬਣਨ ਵਿੱਚ ਬਹੁਤ ਵਧੀਆ ਸਹਾਇਤਾ ਕਰਦਾ। ਠੀਕ ਹੈ, ਮਿੱਟੀ ਪਾਣੀ ਦੇ ਨਾਲ ਕਿਵੇਂ ਬਣਦੀ ਹੈ, ਦੇਖੋ ਇਹ ਵੀ ਉਵੇਂ ਕਰਦਾ ਕਿ ਪਹਿਲਾਂ ਸੂਰਜ ਦੇ ਤਾਪ ਤੋਂ ਬਣੇ ਚਟਾਨਾਂ ਦੀਆਂ ਤਰੇੜਾਂ ਵਿੱਚ ਜਾ ਸਕਦਾ ਹੈ। ਜੇ ਇਹ ਪਾਣੀ ਬਾਅਦ ਵਿੱਚ ਜੰਮ ਜਾਂਦਾ ਤਾਂ ਇਹ ਤਰੇੜ ਨੂੰ ਹੋਰ ਚੌੜਾ ਕਰ ਦਿੰਦਾ। ਦੇਖੋ ਜਿਹੜੀਆਂ ਸੂਰਜ ਦੀ ਗਰਮੀ ਦੇ ਕਰਕੇ ਤਰੇੜਾਂ ਬਣੀਆਂ ਸੀਆਂ, ਉਹਨਾਂ ਦੇ ਵਿੱਚ ਕੀ ਆ, ਪਾਣੀ ਭਰ ਜਾਂਦਾ
ਪਾਣੀ ਭਰ ਕੇ ਕਈ ਵਾਰੀ ਉੱਥੇ ਕੀ ਹੈ ਪਾਣੀ ਜੰਮ ਜਾਂਦਾ ਗਾ, ਜਿਹਦੇ ਕਰਕੇ ਤਰੇੜਾਂ ਨੇ ਜਿਹੜੀਆਂ ਹੋਰ ਵੱਡੀਆਂ ਹੋ ਜਾਂਦੀਆਂ ਨੇ, ਚਟਾਨਾਂ ਨੇ ਜਿਹੜੀਆਂ ਟੁੱਟ ਜਾਂਦੀਆਂ ਨੇ ਅਤੇ ਟੁੱਟ ਕੇ ਛੋਟੇ ਛੋਟੇ ਕਣਾਂ ਦੇ ਵਿੱਚ ਬਦਲ ਜਾਂਦੀਆਂ ਨੇ। ਇਸ ਤੋਂ ਜਿਹੜਾ ਮਿੱਟੀ ਦਾ ਨਿਰਮਾਣ ਹੁੰਦਾ, ਦੇਖੋ ਇਸ ਤਰ੍ਹਾਂ ਨਾਲ ਇਹ ਪਿਕਚਰ ਬਹੁਤ ਵਧੀਆ ਦੱਸ ਰਹੀ ਹੈ ਆਪਾਂ ਨੂੰ ਕਿ ਇਸ ਤਰ੍ਹਾਂ ਜਿਹੜੀਆਂ ਵੱਡੀਆਂ ਵੱਡੀਆਂ ਤਰੇੜਾਂ ਆ ਗਈਆਂ, ਖਾਈਆਂ ਬਣ ਜਾਂਦੀਆਂ ਨੇ ਜਿਹੜੀਆਂ, ਉਹਨਾਂ ਦੇ ਵਿੱਚ ਕੀ ਹੈ ਪਾਣੀ ਭਰ ਜਾਂਦਾ, ਠੀਕ ਹੈ। ਪਾਣੀ ਇਹਨਾਂ ਨੂੰ ਹੋਰ ਚੌੜਾ ਕਰ ਦਿੰਦਾ, ਜਿਹਦੇ ਕਰਕੇ ਇਹ ਚਟਾਨਾਂ ਨੇ ਜਿਹੜੀਆਂ ਬਿਲਕੁਲ ਟੁੱਟ ਜਾਂਦੀਆਂ ਨੇ। ਦੇਖੋ ਕਹਿੰਦਾ ਦੂਜਾ ਪਹਿਲਾ ਵੱਡਾ ਕਾਰਨ ਤਾਂ ਕੀ ਸੀ ਕਿ ਚਟਾਨਾਂ ਦੀਆਂ ਤਰੇੜਾਂ ਦੇ ਵਿੱਚ ਭਰ ਜਾਂਦਾ ਪਾਣੀ। ਦੂਸਰਾ ਵੱਡਾ ਕਾਰਨ ਕੀ ਸੀ ਕਿ ਜਿਹੜਾ ਵਹਿੰਦਾ ਹੋਇਆ ਪਾਣੀ ਹੈਗਾ ਉਹ ਕਠੋਰ ਤੋਂ ਕਠੋਰ, ਸਖਤ ਤੋਂ ਸਖਤ ਚਟਾਨਾਂ ਨੂੰ ਵੀ ਤੋੜ ਦਿੰਦਾ, ਠੀਕ ਹੈ। ਕਿਉਂਕਿ ਜਦੋਂ ਪਾਣੀ ਤੇਜ਼ ਗਤੀ ਨਾਲ ਵਹਿੰਦਾ ਹੈ ਤਾਂ ਆਪਣੇ ਨਾਲ ਛੋਟੇ ਵੱਡੇ ਚਟਾਨਾਂ ਦੇ ਜਿਹੜੇ ਟੁਕੜੇ ਨੇ ਉਹਨਾਂ ਨੂੰ ਵੀ ਨਾਲ ਹੀ ਵਹਾ ਕੇ ਲੈ ਜਾਂਦਾ, ਠੀਕ ਹੈ। ਅਤੇ ਉਹੀ ਟੁਕੜੇ ਜਦੋਂ ਕਿਸੇ ਹੋਰ ਚਟਾਨਾਂ ਦੇ ਨਾਲ ਟਕਰਾਉਂਦੇ ਆ ਤਾਂ ਉਹਨਾਂ ਨੂੰ ਵੀ ਤੋੜ ਦਿੰਦੇ ਆ ਅਤੇ ਛੋਟੇ ਛੋਟੇ ਕਣਾਂ ਦੇ ਵਿੱਚ ਬਦਲ ਦਿੰਦੇ ਆ। ਦੇਖੋ ਇਸ ਫਿਗਰ ਤੋਂ ਤੁਹਾਨੂੰ ਕਲੀਅਰ ਹੋ ਜਾਊਗਾ ਕਿ ਦੇਖੋ ਇਹ ਜਿਹੜੇ ਵੱਡੇ ਵੱਡੇ ਟੁਕੜੇ ਨੇਗੇ, ਇਹ ਪਾਣੀ ਕੀ ਕਰਦਾ ਆਪਣੇ ਨਾਲ ਵਹਾ ਕੇ ਲੈ ਜਾਂਦਾ, ਟੁਕੜਿਆਂ ਨੂੰ ਨਾਲ ਵਹਾ ਕੇ ਲੈ ਜਾਂਦਾ। ਤਾਂ ਇਸ ਤਰ੍ਹਾਂ ਨਾਲ ਚਟਾਨਾਂ ਨੇ ਜਿਹੜੀਆਂ ਟੁੱਟਦੀਆਂ ਰਹਿੰਦੀਆਂ ਨੇ ਅਤੇ ਇਹੀ ਟੁਕੜੇ ਨੇ ਜਿਹੜੇ ਫਿਰ ਮਿੱਟੀ ਦੇ ਰੂਪ ਦੇ ਵਿੱਚ ਜਮ੍ਹਾਂ ਹੋ ਜਾਂਦੇ ਆ। ਨੈਕਸਟ ਫੈਕਟਰ ਕਿਹੜਾ? ਹਵਾ। ਹੁਣ ਦੇਖੋ ਪਹਿਲਾਂ ਕੀ ਸੀ? ਸੂਰਜ ਸੀਗਾ, ਫਿਰ ਪਾਣੀ ਸੀ, ਹੁਣ ਕੀ ਹੈ? ਹਵਾ। ਜਿਵੇਂ ਕਹਿੰਦੇ ਵੀ ਪਾਣੀ ਆ ਜਿਹੜਾ ਚਟਾਨਾਂ ਨੂੰ ਇੱਕ ਦੂਜੇ ਨਾਲ ਟਕਰਾਉਣ ਨਾਲ ਟੁੱਟਦੀਆਂ ਨੇ ਉਹ, ਠੀਕ ਹੈ। ਐਵੇਂ ਕੀ ਕਰਦੀਆਂ ਨੇ, ਤੇਜ਼ ਹਵਾਵਾਂ ਨੇ ਜਿਹੜੀਆਂ ਉਹ ਵੀ ਚਟਾਨਾਂ ਨੂੰ ਤੋੜ ਦਿੰਦੀਆਂ ਨੇ। ਜਾਂ ਫਿਰ ਕੀ ਕਰਦੀਆਂ ਨੇ, ਜਿਹੜੀਆਂ ਕੀ ਆ ਚਟਾਨਾਂ ਦੇ ਉੱਪਰ ਮਿੱਟੀ ਹੁੰਦੀ ਹੈ ਉਹਨੂੰ ਤੇਜ਼ ਹਵਾ ਆਪਣੇ ਨਾਲ ਵਹਾ ਕੇ ਲੈ ਜਾਂਦੀ ਆ, ਜਿਸ ਨਾਲ ਉਹ ਚਟਾਨਾਂ ਨੇ ਜਿਹੜੀਆਂ ਛੋਟੀਆਂ ਹੁੰਦੀਆਂ ਰਹਿੰਦੀਆਂ ਨੇ, ਟੁੱਟਦੀਆਂ ਰਹਿੰਦੀਆਂ ਨੇ। ਇਹ ਆਪਾਂ ਨੂੰ ਕਿਵੇਂ ਪਤਾ ਲੱਗੂ ਕਲੀਅਰਲੀ? ਦੇਖੋ ਆਪਾਂ ਇਸ ਫਿਗਰ ਦੇ ਵਿੱਚ ਦੇਖਾਂਗੇ ਕਿ ਦੇਖੋ ਜਿਹੜੀਆਂ ਚਟਾਨਾਂ ਨੇ ਉੱਪਰੋਂ ਬਿਲਕੁਲ ਤਿੱਖੀਆਂ ਹੋ ਚੁੱਕੀਆਂ ਨੇ, ਸ਼ਾਰਪ, ਕਿਉਂਕਿ ਇਹਨਾਂ ਦੇ ਆਲੇ ਦੁਆਲੇ ਜਿਹੜੀ ਮਿੱਟੀ ਜਮ੍ਹਾਂ ਹੋਈ ਹੋਈ ਸੀ ਉਹ ਕੀ ਹੈ, ਹਵਾ ਉਹਨੂੰ ਆਪਣੇ ਨਾਲ ਉਡਾ ਕੇ ਲੈ ਗਈ। ਜਿਸ ਤਰ੍ਹਾਂ ਕਿ ਬਿਲਕੁਲ ਸ਼ਾਰਪ ਹੋ ਗਈਆਂ, ਤਿੱਖੀਆਂ ਹੋ ਗਈਆਂ, ਇਹਨਾਂ ਉੱਪਰ ਜਿਹੜੀ ਸਾਰੀ ਮਿੱਟੀ ਸੀ ਉਹ ਹਵਾ ਨਾਲ ਕੀ ਹੈ ਉੱਡ ਕੇ ਚਲੀ ਗਈ, ਠੀਕ ਹੈ। ਹਵਾ ਵੀ ਕੀ ਹੈ, ਹਵਾ ਦੀ ਗਤੀ ਹੈ ਜਿਹੜੀ ਮੇਨ ਕਾਰਨ ਬਣਦੀ ਹੈ ਇਸ ਦਾ। ਚੌਥਾ ਫੈਕਟਰ ਹੈਗਾ ਜੀਵ, ਜੀਵ ਜੰਤੂ, ਆਰਗੈਨਿਜ਼ਮਸ। ਦੇਖੋ ਜਿਹੜੀ ਮਿੱਟੀ ਦੇ ਬਣਨ ਦੀ ਪ੍ਰਕਿਰਿਆ ਹੈ ਉਹਨੂੰ ਕੀ ਹੈਗਾ, ਜੀਵ ਵੀ ਪ੍ਰਭਾਵਿਤ ਕਰਦੇ ਆ। ਜਿਵੇਂ ਕਿ ਦੇਖੋ ਲਾਈਕੇਨ ਚਟਾਨਾਂ ਦੀ ਸਤ੍ਹਾ 'ਤੇ ਉੱਗਦੇ ਨੇ, ਜਿਹੜੇ ਲਾਈਕੇਨ, ਠੀਕ ਹੈ, ਇਹ ਚਟਾਨਾਂ ਦੀ ਸਤ੍ਹਾ ਦੇ ਉੱਪਰ ਉੱਗਦੇ ਨੇ। ਇਹ ਕੀ ਕਰਦੇ ਨੇ, ਜਦੋਂ ਉੱਗਦੇ ਨੇ ਵੱਧਦੇ ਫੁੱਲਦੇ ਨੇ ਤਾਂ ਇੱਕ ਪਦਾਰਥ ਛੱਡਦੇ ਆ। ਇਹਨਾਂ ਕਈ ਪੌਦਿਆਂ ਦੇ ਵਿੱਚੋਂ ਕੋਈ ਪਦਾਰਥ ਬਾਹਰ ਨਿਕਲਦਾ ਜਿਹੜਾ ਕੀ ਕਰਦਾ, ਚਟਾਨਾਂ ਦੀ ਸਖਤ ਜਿਹੜੀ ਸਤ੍ਹਾ ਹੁੰਦੀ ਹੈ ਉਹਨੂੰ ਪਾਊਡਰ ਵਰਗਾ ਕਰ ਦਿੰਦੇ ਨੇ। ਤਾਂ ਪਾਊਡਰ ਵਰਗੀ ਜਿਹੜੀ ਉਹ ਫੋਮ ਉਹਦਾ ਕਿਹਦਾ ਨਿਰਮਾਣ ਕਰਦੀ ਹੈ? ਮਿੱਟੀ ਦਾ ਨਿਰਮਾਣ ਕਰਦੀ ਹੈ। ਹੋਰ ਕਈ ਆਰਗੈਨਿਜ਼ਮ ਕੀ ਹੁੰਦੇ ਨੇਗੇ, ਜਿਵੇਂ ਆਪਾਂ ਗੰਡੋਏ ਪਾ ਦਿੰਦੇ ਹਾਂ ਜਾਂ ਹੋਰ ਮਿੱਟੀ ਦੇ ਵਿੱਚ ਆਰਗੈਨਿਜ਼ਮਸ ਪਾ ਦਿੰਦੇ ਹਾਂ ਜਿਹੜੇ ਕਿ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਆ, ਠੀਕ ਹੈ। ਤਾਂ ਇਹ ਵੀ ਮਿੱਟੀ ਦੇ ਬਣਨ ਅਤੇ ਉਹਦੇ ਉਪਜਾਊ ਬਣਨ ਦੇ ਵਿੱਚ ਵਧੀਆ ਕਾਰਨ ਹੋ ਸਕਦੀ ਹੈ। ਜਿਵੇਂ ਕਿ ਦੇਖੋ ਕਿਸਾਨ ਨੇ ਜਿਹੜੇ ਗੰਡੋਇਆਂ ਨੂੰ ਮਿੱਟੀ ਦੇ ਵਿੱਚ ਪਾਉਂਦੇ ਨੇ ਤਾਂ ਕਿ ਇਹਦੇ ਨਾਲ ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹੇ, ਉਪਜਾਊ ਸ਼ਕਤੀ ਵੱਧ ਜਾਂਦੀ ਹੈ। ਅਤੇ ਇਹ ਕੀ ਕਰਦੇ ਨੇ, ਮਿੱਟੀ ਨੂੰ ਪੋਲਾ ਕਰ ਦਿੰਦੇ ਨੇ, ਜਿਹਦੇ ਕਰਕੇ ਮਿੱਟੀ ਦੇ ਵਿੱਚੋਂ ਦੀ ਹਵਾ ਜਿਹੜੀ ਉਹ ਕ੍ਰੋਸ ਹੋ ਸਕਦੀ ਹੈ, ਆਰ ਪਾਰ ਜਾ ਸਕਦੀ ਹੈ ਅਤੇ ਪਾਣੀ ਆ ਜਿਹੜਾ ਉਹ ਵੀ ਪੌਦੇ ਦੀਆਂ ਜੜ੍ਹਾਂ ਤੱਕ ਪਹੁੰਚ ਸਕਦਾ ਹੈਗਾ, ਠੀਕ ਹੈ। ਮਿੱਟੀ ਨੂੰ ਕੀ ਹੈ, ਪੋਲਾ ਕਰ ਦਿੰਦੇ ਆ। ਵੱਡੇ ਰੁੱਖਾਂ ਦੀਆਂ ਜੜ੍ਹਾਂ ਕਦੇ ਕਦੇ ਚਟਾਨਾਂ ਵਿੱਚ ਬਣੀਆਂ ਤਰੇੜਾਂ ਵਿੱਚ ਚਲੀਆਂ ਜਾਂਦੀਆਂ ਹਨ ਅਤੇ ਉਹ ਤਰੇੜਾਂ ਨੂੰ ਚੌੜਾ ਕਰ ਦਿੰਦੀਆਂ ਨੇ। ਕਈ ਵਾਰੀ ਕੀ ਹੁੰਦਾ, ਪਹਾੜਾਂ ਵਗੈਰਾ 'ਤੇ ਜਾਂ ਚਟਾਨਾਂ ਵਗੈਰਾ 'ਤੇ ਕੀ ਹੈ, ਵੱਡੇ ਵੱਡੇ ਪੇੜ ਲੱਗੇ ਹੁੰਦੇ ਆ, ਉਹਨਾਂ ਦੇ ਬਹੁਤ ਮੋਟੀਆਂ ਮੋਟੀਆਂ ਜੜ੍ਹਾਂ ਹੁੰਦੀਆਂ ਨੇ ਜਿਹੜੇ ਕਿ ਤਰੇੜਾਂ ਦੇ ਵਿੱਚ ਵਗ ਜਾਂਦੀਆਂ ਨੇ, ਜਿਹੜੀਆਂ ਤਰੇੜਾਂ ਚਟਾਨਾਂ ਵਿੱਚ ਪਹਿਲਾਂ ਹੀ ਬਣ ਚੁੱਕੀਆਂ ਸੀ, ਠੀਕ ਹੈ। ਉਹਨਾਂ ਵਿੱਚ ਜਾ ਕੇ ਉਹਨਾਂ ਨੂੰ ਕੀ ਹੋਰ ਚੌੜਾ ਕਰ ਦਿੰਦੀਆਂ ਨੇ ਅਤੇ ਚਟਾਨਾਂ ਨੂੰ ਤੋੜ ਦਿੰਦੀਆਂ ਨੇ। ਕਲੀਅਰ ਹੈ ਜੀ? ਆਈ ਹੋਪ ਇੱਥੇ ਤੱਕ ਸਮਝ ਆ ਗਿਆ ਹੋਊਗਾ। ਅਗਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੁੰਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਡਾਊਟ ਹੈ ਜਿਹੜਾ ਜ਼ਰੂਰ ਕਲੀਅਰ ਕਰਿਆ ਕਰੋ। ਨੈਕਸਟ ਦੇਖੋ ਆਪਾਂ ਨੂੰ ਪਤਾ ਹੈ ਕਿ ਜਿਹੜੀ ਮਿੱਟੀ ਹੈ ਉਹ ਕੀ ਇੱਕ ਮਿਸ਼ਰਣ ਹੈ, ਠੀਕ ਹੈ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮਿੱਟੀ ਦੇ ਵਿੱਚ ਮਿਲੀਆਂ ਹੁੰਦੀਆਂ ਨੇ, ਇਸ ਕਰਕੇ ਆਪਾਂ ਮਿੱਟੀ ਨੂੰ ਇੱਕ ਮਿਸ਼ਰਣ ਕਹਿੰਦੇ ਹਾਂ। ਇਹ ਯਾਦ ਰੱਖਣਾ, ਇਹ ਛੋਟਾ ਜਿਹਾ ਪੁਆਇੰਟ ਇੱਕ ਜਿਹੜਾ MCQ ਬਣ ਸਕਦਾ ਕਿ ਮਿੱਟੀ ਕੀ ਹੈ। ਮਿੱਟੀ ਹੈ ਜਿਹੜੀ ਇੱਕ ਮਿਸ਼ਰਣ ਹੈ। ਦੇਖੋ ਫਿਰ ਕਹਿੰਦਾ ਵੱਖ ਵੱਖ ਆਕਾਰ ਦੇ ਛੋਟੇ ਛੋਟੇ ਟੁਕੜੇ ਮਿਲੇ ਹੁੰਦੇ ਨੇ ਇਹਦੇ ਵਿੱਚ। ਇਸ ਵਿੱਚ ਸੜੇ ਗਲੇ ਜੀਵਾਂ ਦੇ ਟੁਕੜੇ ਵੀ ਮਿਲੇ ਹੁੰਦੇ ਨੇ ਜਿਨ੍ਹਾਂ ਨੂੰ ਮੱਲੜ ਜਾਂ ਹਿਊਮਸ ਕਿਹਾ ਜਾਂਦਾ ਹੈ। ਹੁਣ ਮਿੱਟੀ ਵਿੱਚ ਕੀ ਹੁੰਦਾ ਹੈ, ਬਹੁਤ ਸਾਰੇ ਮਿਨਰਲਸ ਹੁੰਦੇ ਨੇ, ਬਹੁਤ ਸਾਰੀ ਚੀਜ਼ਾਂ ਪਾਈਆਂ ਜਾਂਦੀਆਂ ਨੇ, ਜੀਵ ਜੰਤੂ ਵੀ ਪਾਏ ਜਾਂਦੇ ਨੇ। ਤਾਂ ਇਹਦੇ ਵਿੱਚ ਗਲੇ ਸੜੇ ਜੀਵਾਂ ਦੇ ਵੀ ਟੁਕੜੇ ਪਾਏ ਜਾਂਦੇ ਆ ਜਿਹਨੂੰ ਆਪਾਂ ਕਹਿੰਦੇ ਹਾਂ ਮੱਲੜ, ਠੀਕ ਹੈ, ਹਿਊਮਸ, ਜਿਹੜਾ ਕਿ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਹੁਤ ਜ਼ਿਆਦਾ ਵਧਾ ਦਿੰਦਾ ਹੈਗਾ ਮੱਲੜ, ਠੀਕ ਹੈ ਜੀ। ਦੇਖੋ ਕਿਸ ਤਰ੍ਹਾਂ ਹੁੰਦਾ, ਇਸ ਤਰ੍ਹਾਂ ਨਾਲ ਕਿ ਮਿੱਟੀ ਨੂੰ ਕਾਲਾ ਕਰ ਦਿੰਦਾ ਬਿਲਕੁਲ। ਇਹਦਾ ਮਤਲਬ ਇਹਦੇ ਵਿੱਚ ਕੀ ਹੈ, ਹਿਊਮਸ ਪ੍ਰੈਜੈਂਟ ਹੈ, ਮੱਲੜ ਇਹਦੇ ਵਿੱਚ ਹੈਗਾ ਗਾ। ਇਸ ਤੋਂ ਇਲਾਵਾ ਹੋਰ ਕੀ ਚੀਜ਼ਾਂ ਹੁੰਦੀਆਂ ਨੇ, ਮਿੱਟੀ ਵਿੱਚ ਵੱਖ ਵੱਖ ਤਰ੍ਹਾਂ ਦੇ ਸੂਖਮ ਜੀਵ ਵੀ ਮਿਲੇ ਹੁੰਦੇ ਨੇ। ਮਿੱਟੀ ਦੀ ਰਚਨਾ ਦਾ ਮੁੱਖ ਕਾਰਨ ਕੌਣ ਹੈ? ਮੱਲੜ ਹੈ, ਠੀਕ ਹੈ। ਮੱਲੜ ਕਿਉਂ ਮੇਨ ਕਾਰਨ ਹੈ? ਕਿਉਂਕਿ ਇਹ ਮਿੱਟੀ ਨੂੰ ਸੋਖਕ ਬਣਾਉਂਦਾ ਹੈ।
ਸੋਖਕ ਦਾ ਮਤਲਬ ਕਿ ਮਿੱਟੀ ਦੇ ਵਿੱਚ ਇਹੋ ਜਿਹੀ ਸ਼ਕਤੀ ਬਣਾ ਦਿੰਦਾ ਹੈ ਕਿ ਉਹ ਹਵਾ ਅਤੇ ਪਾਣੀ ਨੂੰ, ਠੀਕ ਹੈ, ਆਪਣੇ ਅੰਦਰ ਸਮਾ ਲੈਂਦੀ ਹੈ, ਸੋਖਿਤ ਕਰ ਲੈਂਦੀ ਹੈ। ਦੇਖੋ, ਖਣਿਜ ਪੋਸ਼ਕ ਤੱਤ ਜੋ ਇਸ ਮਿੱਟੀ ਵਿੱਚ ਮਿਲਦੇ ਹਨ ਉਹ ਉਹਨਾਂ ਚਟਾਨਾਂ 'ਤੇ ਨਿਰਭਰ ਕਰਦੇ ਹਨ ਜਿਸ ਤੋਂ ਮਿੱਟੀ ਬਣੀ ਹੁੰਦੀ ਹੈ। ਹੁਣ ਜਿਹੜੀ ਮਿੱਟੀ ਆ ਉਹਦੇ ਵਿੱਚ ਕਿਹੋ ਜਿਹੇ ਪੋਸ਼ਕ ਤੱਤ ਹੋਣਗੇ, ਕਿਹੜੀਆਂ ਮਿਨਰਲਸ ਹੋਣਗੀਆਂ, ਠੀਕ ਹੈ, ਉਹ ਕਿਤੇ ਡਿਪੈਂਡ ਕਰਦਾ ਗਾ ਕਿ ਮਿੱਟੀ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਚਟਾਨ ਤੋਂ ਬਣੀ ਸੀ। ਜਿਹੜੀਆਂ ਵਿਸ਼ੇਸ਼ਤਾਵਾਂ ਉਸ ਚਟਾਨ ਦੇ ਵਿੱਚ ਹੋਣਗੀਆਂ ਉਹੀ ਵਿਸ਼ੇਸ਼ਤਾ ਮਿੱਟੀ ਦੇ ਵਿੱਚ ਹੋਣਗੀਆਂ। ਇਸੇ ਕਰਕੇ ਮਿੱਟੀ ਦੀ ਜਿਹੜੀ ਅਲੱਗ-ਅਲੱਗ ਫਾਰਮ ਹੁੰਦੀ ਹੈ ਨਾ, ਆਪਾਂ ਕਹਿੰਦੇ ਹਾਂ ਲਾਲ ਮਿੱਟੀ, ਕਾਲੀ ਮਿੱਟੀ, ਪਥਰਾਟ ਦੀ ਮਿੱਟੀ, ਤਾਂ ਉਹ ਕਿਤੇ ਨਿਰਭਰ ਕਰਦਾ, ਉਸ ਚਟਾਨਾਂ ਦੇ ਉੱਪਰ ਨਿਰਭਰ ਕਰਦਾ ਜਿੱਥੋਂ ਮਿੱਟੀ ਹੈ ਜਿਹੜੀ ਬਣੀ ਆ ਜਾਂ ਜਿੱਥੋਂ ਮਿੱਟੀ ਆਈ ਆ। ਨੈਕਸਟ ਦੇਖੋ ਕਿ ਇੰਪੋਰਟੈਂਟ ਹੈ, ਇਸ ਕਰਕੇ ਇਹਨੂੰ ਡਾਰਕ ਕੀਤਾ ਗਿਆ। ਮਿੱਟੀ ਦੀ ਉੱਪਰਲੀ ਪਰਤ ਜਿਸ ਵਿੱਚ ਮਿੱਟੀ ਦੇ ਕਣਾਂ ਦੇ ਇਲਾਵਾ ਮੱਲੜ, ਜੀਵ ਜੰਤੂ ਵੀ ਜਿਹੜੇ ਮੌਜੂਦ ਹੁੰਦੇ ਨੇ, ਠੀਕ ਹੈ, ਉਹਨਾਂ ਨੂੰ ਕੀ ਕਹਿੰਦੇ ਆਪਾਂ ਉੱਪਰੀ ਮਿੱਟੀ ਕਿਹਾ ਜਾਂਦਾ। ਮਿੱਟੀ ਦੀ ਉੱਪਰੀ ਪਰਤ ਜਿਸ ਵਿੱਚ ਮਿੱਟੀ ਦੇ ਕਣਾਂ ਦੇ ਇਲਾਵਾ ਮੱਲੜ ਅਤੇ ਜੀਵ ਮੌਜੂਦ ਹੁੰਦੇ ਹਨ ਉਸ ਨੂੰ ਉੱਪਰੀ ਮਿੱਟੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਯਾਦ ਰੱਖਣਾ ਹੈ ਕਿ ਉੱਪਰੀ ਮਿੱਟੀ ਕੀ ਹੁੰਦੀ ਹੈ। ਨੈਕਸਟ ਆਪਣੇ ਕੋਲ ਹੈਗਾ ਭੂਮੀ ਪ੍ਰਦੂਸ਼ਣ। ਹੁਣ ਆਪਾਂ ਕੁਛ ਪ੍ਰਦੂਸ਼ਣਾਂ ਬਾਰੇ ਪੜ੍ਹਾਂਗੇ। ਭੂਮੀ ਪ੍ਰਦੂਸ਼ਣ, ਠੀਕ ਹੈ, ਪਾਣੀ ਦਾ ਪ੍ਰਦੂਸ਼ਣ ਕਿਵੇਂ ਹੁੰਦੇ ਨੇਗੇ। ਪਹਿਲਾਂ ਆਪਣੇ ਕੋਲ ਦੇਖੋ ਭੂਮੀ ਦਾ ਪ੍ਰਦੂਸ਼ਣ, ਸੋਇਲ ਪੋਲਿਊਸ਼ਨ। ਆਪਾਂ ਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਆਪਾਂ ਖੇਤਾਂ ਦੇ ਵਿੱਚ ਕਿ ਫਸਲ ਜਿਹੜੀ ਜਲਦੀ ਹੋ ਜੇ, ਫਸਲ ਦੀ ਜਿਹੜੀ ਮਾਤਰਾ ਉਹ ਵੱਧ ਹੋਵੇ, ਇਸ ਕਰਕੇ ਆਪਾਂ ਬਹੁਤ ਸਾਰੇ ਕੀਟਨਾਸ਼ਕ ਅਤੇ ਖਾਦਾਂ ਦੀ ਵਰਤੋਂ ਕਰਦੇ ਹਾਂ। ਇਹਨਾਂ ਕੀਟਨਾਸ਼ਕ ਅਤੇ ਖਾਦਾਂ ਦੀ ਵਰਤੋਂ ਕਰਕੇ ਜਿਹੜੀ ਫਸਲ ਹੈ ਉਹ ਜ਼ਿਆਦਾ ਤਾਂ ਹੋ ਜਾਂਦੀ ਹੈ, ਪਰ ਉਹਦੇ ਨਾਲ ਬਹੁਤ ਸਾਰੇ ਨੁਕਸਾਨ ਵੀ ਹੁੰਦੇ ਆ, ਕਿਉਂਕਿ ਜਿਹੜੀ ਉਹ ਆਪਾਂ ਨੇ ਕੀਟਨਾਸ਼ਕ ਅਤੇ ਖਾਦਾਂ ਪਾਈਆਂ ਸੀ ਉਹਨਾਂ ਦੀ ਕੁਛ ਮਾਤਰਾ ਜਿਹੜੀ ਉਹ ਆਪਣੇ ਫਸਲ ਦੇ ਵਿੱਚ ਵੀ ਚਲੀ ਜਾਂਦੀ ਹੈ, ਜਿਹੜੀ ਕਿ ਫਿਰ ਆਪਣੇ ਤੱਕ ਅੱਗੇ ਪਹੁੰਚ ਜਾਂਦੀ ਹੈ। ਅਤੇ ਇਹਦੇ ਨਾਲ ਮਿੱਟੀ ਹੈ ਜਿਹੜੀ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ, ਕਿਉਂਕਿ ਜਿੰਨੀਆਂ ਜ਼ਿਆਦਾ ਆਪਾਂ ਕੀਟਨਾਸ਼ਕ ਖਾਦਾਂ ਵਗੈਰਾ ਪਾਉਣੇ ਆ ਉਨੀ ਹੀ ਮਿੱਟੀ ਦੀ ਉਪਜਾਊ ਸ਼ਕਤੀ ਹੈ ਜਿਹੜੀ ਘੱਟ ਜਾਂਦੀ ਹੈ। ਠੀਕ ਹੈ ਜੀ, ਜੇ ਆਪਾਂ ਲੰਬੇ ਸਮੇਂ ਤੱਕ ਇਹਨਾਂ ਪਦਾਰਥਾਂ ਦੀ ਵਰਤੋਂ ਕਰਦੇ ਹਾਂ ਤਾਂ ਮਿੱਟੀ ਦੇ ਵਿੱਚ ਜਿਹੜੇ ਸੂਖਮ ਜੀਵ ਹੁੰਦੇ ਨੇ ਜਿਹੜੇ ਕਿ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾ ਕੇ ਰੱਖਦੇ ਆ, ਉਹ ਕੀ ਮਰ ਜਾਂਦੇ ਆ, ਜਿਹਦੇ ਕਰਕੇ ਮਿੱਟੀ ਦੀ ਜਿਹੜੀ ਬਣਤਰ ਹੈ ਉਹ ਬਿਲਕੁਲ ਹੀ ਨਸ਼ਟ ਹੋ ਜਾਂਦੀ ਹੈ। ਠੀਕ ਹੈ, ਅਤੇ ਮਿੱਟੀ ਹੈ ਜਿਹੜੀ ਉਹ ਆਪਣੇ ਕੋਲੇ ਉਪਜਾਊ ਨਹੀਂ ਰਹਿੰਦੀ। ਤਾਂ ਉਪਜਾਊ ਕਰਨ ਦੇ ਵਾਸਤੇ ਆਪਾਂ ਨੂੰ ਰੀਸਾਈਕਲ ਕਰਨਾ ਪੈਂਦਾ ਹੈ। ਰੀਸਾਈਕਲ ਦੇ ਵਿੱਚ ਕੀ ਕਰਦੇ ਆਪਾਂ, ਇਸ ਤਰ੍ਹਾਂ ਦੇ ਪੋਸ਼ਕ ਤੱਤ ਪਾਉਣੇ ਆ ਜਿਹੜੇ ਕਿ ਮਿੱਟੀ ਦੇ ਵਿੱਚੋਂ ਖਤਮ ਹੋ ਗਏ ਅਤੇ ਮਿੱਟੀ ਵਾਸਤੇ ਜ਼ਰੂਰੀ ਸੀਗੇ। ਠੀਕ ਹੈ, ਫਿਰ ਆਪਾਂ ਨੂੰ ਉਹ ਬਾਹਰੋਂ ਐਡ ਕਰਨੇ ਪੈਂਦੇ ਆ, ਜਿਹਨੂੰ ਆਪਾਂ ਕੀ ਕਹਿੰਦੇ ਹਾਂ ਪੁਨਰ ਚੱਕਰ। ਦੇਖੋ ਇਸ ਤਰ੍ਹਾਂ ਨਾਲ ਆਪਾਂ ਕੀ ਹੈ, ਕੋਈ ਵੀ ਖਾਦਾਂ ਵਗੈਰਾ ਦਵਾਈਆਂ ਵਗੈਰਾ ਪਾਉਣੇ ਆ। ਖਾਦਾਂ ਨੇ ਜਿਹੜੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਤਾਂ ਉਹ ਖਾਦਾਂ ਜਿਹੜੀਆਂ ਆਪਾਂ ਕੀ ਹੈ ਫੈਕਟਰੀਆਂ ਦੇ ਵਿੱਚ ਬਣਦੀਆਂ ਨੇ, ਆਪਾਂ ਬਾਹਰੋਂ ਸ਼ੌਪ ਦੇ ਉੱਪਰੋਂ ਲੈ ਕੇ ਆਉਣੇ ਆ। ਇੱਕ ਹੁੰਦੇ ਨੇ ਆਪਣੇ ਘਰ ਵਾਲੀ ਖਾਦ। ਘਰੇ ਜਿਹੜੀਆਂ ਖਾਦਾਂ ਤਿਆਰ ਕੀਤੀਆਂ ਜਾਂਦੀਆਂ ਨੇ ਉਹ ਜ਼ਿਆਦਾ ਮਹੱਤਵ ਰੱਖਦੀਆਂ ਨੇ, ਉਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਬਣਾ ਕੇ ਰੱਖਦੀਆਂ ਨੇ। ਠੀਕ ਹੈ, ਅਤੇ ਆਪਾਂ ਨੂੰ ਉਹੀ ਜਿਹੜੀਆਂ ਵਰਤਣੀਆਂ ਚਾਹੀਦੀਆਂ ਨੇ। ਨੈਕਸਟ ਹੈਗਾ ਦੇਖੋ, ਜੇ ਸੰਭਾਲ ਨਾ ਕੀਤੀ ਗਈ ਆਪਣੇ ਕੋਲੇ, ਜੇ ਆਪਾਂ ਮਿੱਟੀ ਦੇ ਵਿੱਚ ਇਸ ਤਰ੍ਹਾਂ ਖਾਦਾਂ ਪਾਉਣੋਂ ਨਾ ਹਟੇ ਅਤੇ ਮਿੱਟੀ ਦੀ ਜਿਹੜੀ ਸੰਭਾਲ ਨਹੀਂ ਕੀਤੀ ਗਈ ਤਾਂ ਉਪਜਾਊ ਮਿੱਟੀ ਜਲਦੀ ਕੀ ਬਣ ਜੂਗੀ, ਬੰਜਰ ਮਿੱਟੀ ਦੇ ਵਿੱਚ ਤਬਦੀਲ ਹੋ ਜੂਗੀ। ਮਤਲਬ ਕਿ ਉੱਥੇ ਫਸਲਾਂ ਹੋਣੀਆਂ ਬਿਲਕੁਲ ਹੀ ਬੰਦ ਹੋ ਜਾਣਗੀਆਂ। ਠੀਕ ਹੈ, ਕਿਉਂਕਿ ਇਹਦਾ ਮੇਨ ਕਾਰਨ ਕੀ ਹੈ ਕਿ ਇੱਕ ਤਾਂ ਜਿਹੜੀਆਂ ਜ਼ਰੂਰੀ ਚੀਜ਼ਾਂ ਸੀਆਂ ਉਹ ਮਿੱਟੀ ਦੇ ਵਿੱਚੋਂ ਖਤਮ ਹੋ ਗਈਆਂ। ਜਿਹੜੇ ਜੀਵ ਜੰਤੂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾ ਕੇ ਰੱਖ ਰਹੇ ਸੀ, ਆਪਾਂ ਨੇ ਬਾਹਰੋਂ ਖਾਦਾਂ ਪਾ ਕੇ ਉਹ ਖਤਮ ਕਰ ਦਿੱਤੇ। ਠੀਕ ਹੈ, ਦੂਜਾ ਕੀ ਆਪਾਂ ਬਾਹਰੋਂ ਹਾਨੀਕਾਰਕ ਪਦਾਰਥ ਨੇ ਜਿਹੜੇ ਮਿੱਟੀ ਦੇ ਵਿੱਚ ਮਿਲਾ ਰਹੇ ਹਾਂ, ਜਿਹੜੇ ਕਿ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਿਲਕੁਲ ਹੀ ਖਤਮ ਕਰ ਰਹੇ ਨੇ। ਠੀਕ ਹੈ, ਉਹਦੀ ਬਿਲਕੁਲ ਉਪਜਾਊ ਸ਼ਕਤੀ ਖਤਮ ਕਰ ਦਿੱਤੀ। ਇਸੇ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਨੂੰ ਮਿੱਟੀ ਦੇ ਵਿੱਚ ਐਡ ਕਰਨਾ, ਉਸ ਨੂੰ ਆਪਾਂ ਕੀ ਕਹਿੰਦੇ ਹਾਂ ਭੂਮੀ ਪ੍ਰਦੂਸ਼ਣ, ਕਿ ਆਪਾਂ ਭੂਮੀ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ। ਠੀਕ ਹੈ, ਮਿੱਟੀ ਨੂੰ ਆਪਾਂ ਹੋਰ ਵੀ ਬਹੁਤ ਸਾਰੇ ਤਰੀਕਿਆਂ ਨਾਲ ਪ੍ਰਦੂਸ਼ਿਤ ਕਰਦੇ ਹਾਂ, ਜਿਸ ਤਰ੍ਹਾਂ ਕਿ ਆਪਾਂ ਪਲਾਸਟਿਕ ਵਗੈਰਾ ਦੇ ਲਿਫਾਫੇ ਹੋ ਗਏ, ਹੋਰ ਪਲਾਸਟਿਕ ਦੀਆਂ ਚੀਜ਼ਾਂ ਹੋ ਗਈਆਂ, ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਗਈਆਂ ਜਿਹੜੀਆਂ ਕਿ ਗਲਦੀਆਂ ਸੜਦੀਆਂ ਨਹੀਂ ਹੈਗੀਆਂ। ਅਗਰ ਆਪਾਂ ਉਹਨਾਂ ਨੂੰ ਮਿੱਟੀ ਦੇ ਵਿੱਚ ਸੁੱਟ ਦਿੰਦੇ ਹਾਂ ਤਾਂ ਉਹ ਕਦੇ ਵੀ ਗਲਦੀਆਂ ਜਾਂ ਸੜਦੀਆਂ ਨਹੀਂ ਅਤੇ ਲੰਬੇ ਸਮੇਂ ਤੱਕ ਮਿੱਟੀ ਦੇ ਵਿੱਚ ਪਈਆਂ ਰਹਿੰਦੀਆਂ ਨੇ, ਜਿਹਦੇ ਕਰਕੇ ਕੀ ਆ ਭੂਮੀ ਪ੍ਰਦੂਸ਼ਣ ਹੁੰਦਾ ਗਾ। ਆਪਾਂ ਨੂੰ ਇਸ ਤਰ੍ਹਾਂ ਵੀ ਨਹੀਂ ਕਰਨਾ ਚਾਹੀਦਾ। ਦੇਖੋ ਇੱਥੇ ਕੀ ਹੋ ਰਿਹਾ, ਆਬਜ਼ਰਵ ਕਰੋ ਕਿ ਇਸ ਫਿਗਰ ਦੇ ਵਿੱਚ ਕੀ ਦਿਖਾਇਆ ਜਾ ਰਿਹਾ ਆਪਾਂ ਨੂੰ। ਇਹ ਕਹਿੰਦੇ ਆਪਾਂ ਭੂ ਖੋਰਨ, ਯਾਨੀ ਕਿ ਭੂਮੀ ਹੈ ਜਿਹੜੀ ਖੁਰ ਰਹੀ ਹੈ। ਕਿਉਂ ਖੁਰ ਰਹੀ ਹੈ, ਉਹਦਾ ਕੀ ਕਾਰਨ ਹੈ। ਦੇਖੋ ਕਹਿੰਦੇ ਜਿਹੜੇ ਪੌਦਿਆਂ ਦੀਆਂ ਜੜ੍ਹਾਂ ਨੇ ਉਹ ਭੂ ਖੋਰ ਨੂੰ ਕੀ ਹੈ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਠੀਕ ਹੈ, ਜਿਹੜੇ ਪੌਦਿਆਂ ਦੀਆਂ ਜੜ੍ਹਾਂ ਨੇ, ਦੇਖੋ ਜਿਹੜੀ ਪੌਦਿਆਂ ਦੀਆਂ ਜੜ੍ਹਾਂ ਨੇਗੀਆਂ ਉਹ ਕੀ ਕਰਦੀਆਂ ਨੇ, ਜਿਹੜੀ ਮਿੱਟੀ ਹੈ ਉਹਨੂੰ ਕੀ ਆਪਣੇ ਅੰਦਰ ਬੰਨ੍ਹ ਕੇ ਰੱਖਦੀਆਂ ਨੇ। ਠੀਕ ਹੈ, ਅਗਰ ਆਪਾਂ ਵੱਧ ਤੋਂ ਵੱਧ ਪੌਦੇ ਨਹੀਂ ਲਗਾਉਂਦੇ ਤਾਂ ਜਿਹੜੀ ਮਿੱਟੀ ਇਸ ਤਰ੍ਹਾਂ ਖੁਰਨਾ ਸਟਾਰਟ ਹੋ ਜਾਂਦੀ ਹੈ। ਠੀਕ ਹੈ, ਜਾਂ ਮਿੱਟੀ ਨੂੰ ਹਵਾ ਵਹਾ ਕੇ ਲੈ ਗਈ ਜਾਂ ਪਾਣੀ ਵਹਾ ਕੇ ਲੈ ਗਿਆ,
इस तरह नाल जिहड़े पौधे ने उन्हां नूं भी नुकसान हुंदा है ते मिट्टी नूं भी नुकसान हुंदा है। ठीक है, अगर आपां वड्डे पੱਧਰ ते जंगलां नूं कटदे हां, ठीक है, जां जंगलां नूं बिल्कुल नष्ट कर दिंदे आंगे, तां भी जिहड़ा मिट्टी दा खुरन दा ये जिम्मेवार कारण हैगा कि अपने जंगलों की कटाई कर दी। ठीक है, जब आप जंगल है जो पौधे लगा ही नहीं रहे, क्योंकि जो पौधे होंगे तो ही वो मिट्टी को अपने कंट्रोल दे विच रखणगे। जिथे पौधे घट मात्रा दे विच हुंदे आ उत्थे जदों भी बारिश हुंदी है ताकि वह अपनी उपरली परत है जिहड़ी मिट्टी दे नूं नाल बहा के लै जांदी है। पर जिथे भी पौधे हुंदे आ जां जंगल हुंदे आ उत्थे वो की करदे उस मिट्टी नूं बन के रखदे आ, पकड़ के रखदे आ अपनी जड़ां दे नाल, जिहदे करके उत्थे भूखोरना जिहड़ा नहीं हुंदा। ठीक है जी, नैक्सट है अपने को जैव रसायनिक चक्कर यानी कि बायोजीओ कैमिकल साइकिल। ठीक है, जैव रसायनिक चक्कर की है, देखो आप देखते हैं कि जो जैव जीव मंडल हैगा उहदे विच की जैविक ते अजैविक दो तरह के घटक होंगे है। जैविक जिहड़े जिउंदे जागदे है जिवें कि पशु हो गए, पक्षी हो गए, इंसान हो गया। अजैविक जिहड़ियां चीज़ां जीवित नहीं हैगियां पर वो फिर भी अपने एनवायरनमेंट का हिस्सा ने। ठीक है, उन्हां विच की हुंदी है हमेशा अंतरक्रिया हुंदी रहिंदी है जिन्हों आपां की कहने जीव मंडल है। ठीक है, यह की करदा जीव मंडल नूं गतिशील ते स्थिर बनाउंदा है। क्लीयर होया, इस अंतरक्रिया राही जीव मंडल के ਵੱਖ-ਵੱਖ घटकों विच पदार्थ ते ऊर्जा का स्थानांतरण हुंदा रहिंदा है कि धरती ते सारे जीव ने जिहड़े वो एक दूसरे नाल ऊर्जा का जां पदार्थां का जिहड़ा स्थानांतरण यानी कि अदला बदली करते रहंदे ने। ठीक है, जिन्हों जिहड़ी चीज़ जिस तरह की देखो जिहड़े पौधे ने वो की करते हैं भोजन बनाउंदे आ ते ऑक्सीजन बनाउंदे आ। आपां उन्हां तों की लैंदे आ ऑक्सीजन। ठीक है, उन्हां नूं किस चीज़ की जरूरत है, कार्बन डाइऑक्साइड की जरूरत है प्रकाश संश्लेषण क्रिया दे विच, जिहदे नाल ही वो की करते हैं भोजन बनाउंदे आ। ठीक है, तो कार्बन डाइऑक्साइड उन्हां नूं कित्थों मिलदी है, एनवायरनमेंट दे विचों मिलदी है जां फिर अपने तो मिलदी है। इस तरह नाल की हुंदा है ऊर्जा ते पदार्थां का स्थानांतरण हुंदा रहिंदा है। क्लीयर, देखो इस तरह हुंदा है बायोजीओ कैमिकल साइकिल। देखो ये सारा साइकिल अगर तुसीं ध्यान नाल देख लोगे, इन्हूं ऑबजर्व कर लोगे, दिमाग च बिठा लोगे तो तुहानूं कोई भी थ्योरी याद करने की जरूरत नहीं हैगी। ठीक है, कि देखो अपने कोले की है सूरज की रोशनी है, सूरज की रोशनी नाल की कर रहे हैं पौधे अपना भोजन बना रहे हैं तो इन्हों कहने आपां प्रोड्यूसर मतलब कि उत्पादक जिहड़े भोजन पैदा करते हैं। ठीक है, तो इन्हां पौधों तो कौन लै रहा है, कंज्यूमर। कंज्यूमर जिहड़े की है खांदे आ, खपतकार कहने जिन्होंने आपां। ठीक है, फिर ये कंज्यूमर जो देखो मर जाते हैं तो इन्हों कौन खत्म करता, डीकंपोजर्स। डीकंपोजर छोटे छोटे माइक्रो ऑर्गेनिज्म होंगे है जिहड़े की है किसी भी चीज़ के शरीर नूं की बिल्कुल गला देंगे आ ते मिट्टी दे विच मिला देंगे है। ठीक है जी, उस तो बाद चो देखो कि जिहड़ा रैसपीरेशन करते हैं कंज्यूमर। ठीक है, ये भी रैसपीरेशन क्रिया होंदी है, हीट पैदा होंदी है, इन्हां तो भी रैसपीरेशन क्रिया नाल हीट पैदा होंदी है जिहड़ी एनवायरनमेंट दे विच चली जाती है। ठीक है, नीचे की ने अपने कोल ये रॉक्स नेगियां जिन्हां दे विच पानी है तो होर मिनरल्स पाईयां होईयां ने। ठीक है, यही की है मिट्टी है जिन्हें पौधे नूं की है खड़ा करके रखा होया है ते इहदे जड़ां ने मिट्टी नूं फड़ के रखा होया। इस तरह सारिया चीज़ां एक दूजे के उपर निर्भर करदियां ने। ठीक है, हर एक दूजे नाल की स्थानांतरण कर रहा हैगा, चाहे ऊर्जा का कर रहा है चाहे पदार्थों का कर रहा है। ठीक है, तो इस तरह का जिहड़ा पूरा साइकिल है उन्होंने बोलते हैं आपां बायोजीओ कैमिकल साइकिल यानी कि जैव रसायनिक चक्कर। ठीक है जी, नैक्सट देखो अपने को की है जल चक्कर। इन्हूं तुसीं चंगी तरह जानते हो, आप बचपन से पढ़ते आ रहे हैं कि वाटर साइकिल की हुंदा है, जल चक्कर की हुंदा है। फिर भी आप इहनूं थोड़ा शॉर्ट दे विच देखते हैं। देखो कहने की है पूरी प्रक्रिया नूं जिस तरह ही पानी जल वाष्प बनता है अते फिर वर्खा के रूप विच सतह ते डिगदा है अते फिर नदियां राही समुंदर विच पहुँच जाता है, उन्होंने की कहने आपां जल चक्कर। सिंपल भाषा दे विच की है कि जिन्ने भी अपने कोल पानी के सोमे है चाहे वो नदियां ने, समुंदर ने, तलाब ने। ठीक है, सूरज की रोशनी के नाल की हुंदा है पानी गर्म होकर भाप बन के उपर उठता है तो उपर आपां नूं पता कि ठंडा हुंदा एनवायरनमेंट, उपर जाके कि वो ठंडा हो जाता है तो छोटिया छोटिया बूंदा बन जांदियां ने। छोटिया छोटिया बूंदा बन के फिर की वड्डियां बूंदा बनदियां ने, भारी होने के कारण वो मींह के रूप में की है धरती के उपर आ जांदियां ने ते वापस समुद्रां ते पानी के सोमियां दे विच चले जाते हैं। इस तरह का जिहड़ा चक्कर है बार बार जिहड़ा चलदा रहिंदा गा जिन्हों आपां की कहने आ जल चक्कर। ठीक है जी, हुण जिहड़ा पानी धरती के उपर आया वो ये नहीं हैगा कि समुंदर तो गया सी तां सारा पानी समुद्रां दे विच ही वापस आऊगा, वो की वक्-वक् जगह ते जाके जमा हो जाता है। किस तरह नाल देखो
ਕਿ ਜਿਹੜਾ ਸਾਰਾ ਪਾਣੀ ਹੈ ਜਿਹੜਾ ਧਰਤੀ 'ਤੇ ਡਿੱਗਦਾ ਹੈ ਉਹ ਸਮੁੰਦਰਾਂ ਦੇ ਵਿੱਚ ਨਹੀਂ ਪਹੁੰਚਦਾ ਸਾਰਾ, ਅਤੇ ਜਲਦੀ ਵੀ ਨਹੀਂ ਪਹੁੰਚਦਾ, ਠੀਕ ਹੈ। ਜਿੰਨਾ ਪਹੁੰਚਦਾ ਹੌਲੀ ਹੌਲੀ ਵੱਖ-ਵੱਖ ਸੋਮਿਆਂ ਦੇ ਰਾਹੀਂ ਪਹੁੰਚਦਾ। ਪਹਿਲਾਂ ਤੁਸੀਂ ਵਾਟਰ ਸਾਈਕਲ ਦੀ ਜਿਹੜੀ ਫਿਗਰ ਆਪਣੇ ਦਿਮਾਗ 'ਚ ਬਿਠਾ ਲਓ। ਦੇਖੋ ਕਿਵੇਂ ਹੈ ਕਿ ਆਪਣੇ ਕੋਲ ਆਹ ਪਾਣੀ ਵਾਲੇ ਸੋਮੇ ਸੀਗੇ, ਮੰਨ ਲਓ ਆਹ ਨਦੀ ਸੀ, ਸਰਫੇਸ ਆਫ ਵਾਟਰ, ਕਿ ਕੋਈ ਵੀ ਨਦੀ, ਲੇਕ, ਠੀਕ ਹੈ, ਕੁਛ ਵੀ, ਕੋਈ ਨਾਲਾ ਵਗੈਰਾ ਕੁਛ ਵੀ ਹੋ ਸਕਦਾ ਜਿੱਥੇ ਪਾਣੀ ਹੈਗਾ, ਤਾਂ ਇਹ ਕੀ ਆਪਣਾ ਗਰਾਊਂਡ ਵਾਟਰ ਹੈ, ਧਰਤੀ ਦੇ ਨੀਚੇ ਵਾਲਾ ਪਾਣੀ ਹੈ, ਠੀਕ ਹੈ। ਆਹ ਇਨਫਿਲਟਰੇਟ ਜਿਹੜਾ ਉਹਦੇ ਉੱਪਰ ਕਿਨੇ ਅਸ਼ੁੱਧੀਆਂ ਵਾਲਾ ਹੈਗਾ, ਕੀ ਹੁੰਦਾ ਹੈ, ਸੂਰਜ ਦੀ ਰੋਸ਼ਨੀ ਦੇ ਨਾਲ ਇਵੈਪੋਰੇਸ਼ਨ ਹੁੰਦੀ ਹੈ, ਵਾਸ਼ਪੀਕਰਨ, ਠੀਕ ਹੈ। ਵਾਸ਼ਪੀਕਰਨ ਕਿਰਿਆ ਦੇ ਵਿੱਚ ਕੀ ਹੁੰਦਾ ਹੈ, ਪਾਣੀ ਆ ਜਿਹੜਾ ਗਰਮ ਹੋ ਕੇ ਭਾਫ ਬਣ ਕੇ ਉੱਪਰ ਨੂੰ ਉੱਡਣਾ ਸ਼ੁਰੂ ਕਰ ਦਿੰਦਾ ਹੈ ਹਵਾ ਦੇ ਨਾਲ, ਠੀਕ ਹੈ। ਜਦੋਂ ਉੱਪਰਲੇ ਇਨਵਾਇਰਮੈਂਟ ਦੇ ਵਿੱਚ ਜਾਂਦਾ, ਉੱਪਰ ਕੀ ਹੁੰਦਾ, ਠੰਡਾ ਹੁੰਦਾ ਇਨਵਾਇਰਮੈਂਟ, ਤਾਂ ਉੱਥੇ ਜਾ ਕੇ ਪਾਣੀ ਕੀ ਠੰਡਾ ਹੋ ਜਾਂਦਾ ਅਤੇ ਬੱਦਲ ਬਣਾ ਦਿੰਦਾ, ਠੀਕ ਹੈ ਜੀ। ਜਦੋਂ ਬੱਦਲ ਬਣ ਜਾਂਦੇ ਨੇ, ਬੱਦਲ ਹੈਵੀ ਹੋ ਗਏ, ਪਾਣੀ ਜ਼ਿਆਦਾ ਜਮ੍ਹਾਂ ਹੋ ਗਿਆ ਵਿੱਚ, ਤਾਂ ਭਾਰਾ ਹੋਣ ਦੇ ਕਾਰਨ ਇਹ ਕੀ ਹੈ, ਛੋਟੀਆਂ ਛੋਟੀਆਂ ਬੂੰਦਾਂ ਦੇ ਰੂਪ ਵਿੱਚ ਪ੍ਰੈਸੀਪੀਟੇਸ਼ਨ, ਯਾਨੀ ਕਿ ਬੂੰਦਾਬਾਂਦੀ, ਠੀਕ ਹੈ, ਛੋਟੇ ਛੋਟੇ ਬੂੰਦਾਂ ਦੇ ਰੂਪ ਵਿੱਚ ਫਿਰ ਵਾਪਸ ਕੀ ਆ, ਧਰਤੀ 'ਤੇ ਆ ਜਾਂਦਾ ਹੈ। ਇਸ ਪੂਰੇ ਚੱਕਰ ਨੂੰ ਆਪਾਂ ਕੀ ਕਹਿੰਦੇ ਹਾਂ, ਵਾਟਰ ਸਾਈਕਲ ਕਹਿੰਦੇ ਹਾਂ, ਠੀਕ ਹੈ। ਦੇਖੋ ਹੁਣ ਜਿਹੜਾ ਪਾਣੀ ਨੀਚੇ ਆਏ ਮੀਂਹ ਦੇ ਰਾਹੀਂ, ਉਹ ਕਿੱਥੇ ਕਿੱਥੇ ਜਾਂਦਾ ਹੈ, ਇਹਦੇ ਵਿੱਚੋਂ ਕੁਝ ਪਾਣੀ ਆ ਜਿਹੜਾ ਕਹਿੰਦਾ ਭੂਮੀ ਦੇ ਵਿੱਚ ਚਲਾ ਜਾਂਦਾ ਹੈ, ਜਿਹੜਾ ਕਿ ਗਰਾਊਂਡ ਵਾਟਰ ਬਣ ਜਾਂਦਾ, ਠੀਕ ਹੈ। ਭੂਮੀ ਜਲ ਕਹਿੰਦੇ ਜਿਹਨੂੰ ਆਪਾਂ ਧਰਤੀ ਦੇ ਵਿੱਚੋਂ ਪਾਣੀ ਕੱਢਦੇ ਹਾਂ ਆਪਾਂ। ਕੁਝ ਭੂਮੀ ਜਲ ਝਰਨਿਆਂ ਰਾਹੀਂ ਸਤ੍ਹਾ 'ਤੇ ਆ ਜਾਂਦਾ, ਝਰਨੇ ਬਣ ਜਾਂਦੇ ਨੇ ਕਈਆਂ ਦੇ, ਕਈਆਂ ਨੂੰ ਆਪਾਂ ਖੂਹਾਂ ਜਾਂ ਨਲਕਿਆਂ ਦੀ ਮਦਦ ਦੇ ਨਾਲ ਸਤ੍ਹਾ 'ਤੇ ਲੈ ਕੇ ਆਉਣੇ ਆ, ਕਿਉਂਕਿ ਖੂਹਾਂ ਜਾਂ ਨਲਕਿਆਂ ਦੇ ਵਿੱਚ ਚਲਾਇਆ ਜਾਂਦਾ, ਠੀਕ ਹੈ। ਇਸ ਤਰ੍ਹਾਂ ਨਾਲ ਅਲੱਗ-ਅਲੱਗ ਜਗ੍ਹਾ 'ਤੇ ਜਾ ਕੇ ਪਾਣੀ ਹੈ ਜਿਹੜਾ ਜਮ੍ਹਾਂ ਹੋ ਜਾਂਦਾ। ਅਤੇ ਆਪਾਂ ਨੂੰ ਪਤਾ ਇਹ ਚੀਜ਼ ਕਿ ਜੀਵਨ ਦੀਆਂ ਬਹੁਤ ਸਾਰੀਆਂ ਕਿਰਿਆਵਾਂ ਦੇ ਵਾਸਤੇ, ਚਾਹੇ ਉਹ ਜੀਵ ਜੰਤੂ ਹੋਣ, ਚਾਹੇ ਉਹ ਪਾਣੀ 'ਚ ਰਹਿੰਦੇ ਆ, ਭਾਵੇਂ ਸਥਲ ਦੇ ਉੱਪਰ ਰਹਿੰਦੇ ਆ, ਸਾਰਿਆਂ ਜੀਵ ਜੰਤੂਆਂ, ਪੌਦਿਆਂ, ਇਨਸਾਨ, ਸਭ ਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਠੀਕ ਹੈ। ਆਪਣੀ ਜ਼ਿੰਦਗੀ ਦਾ ਪਾਣੀ ਹੈ ਜਿਹੜਾ ਇੱਕ ਮਹੱਤਵਪੂਰਨ ਹਿੱਸਾ ਹੈਗਾ। ਨੈਕਸਟ ਆਪਣੇ ਕੋਲ ਹੈਗਾ ਨਾਈਟ੍ਰੋਜਨ ਚੱਕਰ। ਹੁਣ ਦੇਖੋ ਜਿਸ ਤਰ੍ਹਾਂ ਨਾਲ ਵਾਟਰ ਦਾ ਚੱਕਰ ਸੀਗਾ, ਜਲ ਚੱਕਰ, ਉਸੇ ਤਰ੍ਹਾਂ ਨਾਲ ਹੀ ਨਾਈਟ੍ਰੋਜਨ ਚੱਕਰ ਵੀ ਬਹੁਤ ਮਹੱਤਵਪੂਰਨ ਹੈ, ਠੀਕ ਹੈ। ਇਹਦਾ ਵੀ ਪੌਦਿਆਂ ਦੇ ਵਧਣ ਫੁੱਲਣ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਹੈਗਾ। ਦੇਖੋ ਆਪਣੇ ਇਨਵਾਇਰਮੈਂਟ ਦੇ ਵਿੱਚ ਇਹ ਵੀ MCQ ਬਣ ਸਕਦਾ ਹੈਗਾ, PS ਟੈਟ ਦੇ ਵਿੱਚ ਤਾਂ ਇਹੋ ਜਿਹੇ ਕੁਐਸਚਨ ਜਿਹੜੇ ਬਣਦੇ ਰਹਿੰਦੇ ਆ, ਠੀਕ ਹੈ। ਸੈਕਿੰਡ ਦੇ ਵਿੱਚ ਵੀ ਚਾਂਸ ਹੈ ਕਿਸ ਤਰ੍ਹਾਂ ਦੇ ਕੁਐਸਚਨ ਬਣ ਜਾਣ ਕਿ ਸਾਡੇ ਵਾਯੂਮੰਡਲ ਦੇ ਵਿੱਚ ਕਿੰਨੇ ਪ੍ਰਤੀਸ਼ਤ ਹਿੱਸਾ ਹੈ ਜਿਹੜਾ ਨਾਈਟ੍ਰੋਜਨ ਦਾ, ਤਾਂ ਕਿੰਨਾ 78%, ਠੀਕ ਹੈ ਜੀ, ਇਹ ਯਾਦ ਰੱਖਣਾ ਹੈ। ਇਹ ਜਿਹੜੀ ਗੈਸ ਹੈਗੀ ਨਾਈਟ੍ਰੋਜਨ ਗੈਸ, ਇਹ ਆਪਣੇ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਬਹੁਤ ਜ਼ਿਆਦਾ ਅਣੂ ਨੇ ਜਿਹੜੀਆਂ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਸਰੀਰ ਦੇ ਵਿੱਚ ਜਾਂ ਸਰੀਰ ਤੋਂ ਬਾਹਰ ਬਣੀਆਂ ਹੋਈਆਂ ਨੇਗੀਆਂ, ਉਹ ਕੀ ਆ, ਉਹਨਾਂ ਦੇ ਵਿੱਚ ਨਾਈਟ੍ਰੋਜਨ ਜਿਹੜਾ ਮੇਨ ਹਿੱਸਾ ਹੈ। ਦੇਖੋ ਜਿਵੇਂ ਕਿ ਕਿਹੜੀਆਂ ਚੀਜ਼ਾਂ, ਪ੍ਰੋਟੀਨ, ਨਿਊਕਲੀਕ ਐਸਿਡ, DNA, RNA, ਠੀਕ ਹੈ। DNA, RNA ਇਹ ਵੀ ਇੰਪੋਰਟੈਂਟ ਨੇ, DNA ਦੀ ਫੁੱਲ ਫਾਰਮ ਅਤੇ RNA ਦੀ ਫੁੱਲ ਫਾਰਮ, ਠੀਕ ਹੈ। DNA ਦੀ ਡੀਆਕਸੀ ਰਾਈਬੋਸ ਨਿਊਕਲੀਕ ਐਸਿਡ, ਠੀਕ ਹੈ। DNA ਦੀ ਫੁੱਲ ਫਾਰਮ ਯਾਦ ਕਰ ਲਿਓ, ਡੀਆਕਸੀ ਰਾਈਬੋਸ ਨਿਊਕਲੀਕ ਐਸਿਡ, ਅਤੇ RNA ਦੀ ਰਾਈਬੋਸ ਨਿਊਕਲੀਕ ਐਸਿਡ। ਇਸ ਤਰ੍ਹਾਂ ਤੁਸੀਂ ਯਾਦ ਕਰ ਸਕਦੇ ਹੋ। ਕਈ ਵਾਰੀ ਫੁੱਲ ਫਾਰਮ ਵੀ ਜਿਹੜੀ ਪੁੱਛ ਲਈ ਜਾਂਦੀ ਹੈ। ਦੇਖੋ ਕਹਿੰਦਾ ਇਹਨਾਂ ਦੇ ਵਿੱਚ ਯੂਜ਼ ਕਰਦੇ ਹਾਂ ਆਪਾਂ ਕੁਝ ਵਿਟਾਮਿਨਾਂ ਦੇ ਵਿੱਚ, ਠੀਕ ਹੈ। ਨਾਈਟ੍ਰੋਜਨ ਤੋਂ ਹੋਰ ਜੈਵਿਕ ਯੌਗਿਕ ਕਿਹੜੇ ਬਣਦੇ ਆ, ਜਿਵੇਂ ਐਲਕੇਲਾਈਡ ਹੋ ਗਿਆ, ਯੂਰੀਆ ਹੋ ਗਿਆ, ਠੀਕ ਹੈ। ਇਹਨਾਂ ਦੇ ਵਿੱਚ ਵੀ ਜਿਹੜੀ ਇਹ ਯੂਜ਼ ਕੀਤੀ ਜਾਂਦੀ ਹੈ। ਯੂਰੀਆ ਦਾ ਕੀ ਫਾਰਮੂਲਾ ਹੁੰਦਾ ਹੈ, ਇਹ ਵੀ ਯਾਦ ਕਰ ਲਓ, NH2C ਡਬਲ ਬੌਂਡ O NH2, ਠੀਕ ਹੈ। ਅਮੋਨੀਆ ਗਰੁੱਪ ਦੇ ਵਿੱਚ ਨਾਈਟ੍ਰੋਜਨ ਦਾ ਜਿਹੜਾ ਯੂਜ਼ ਹੈ ਕੀਤਾ ਗਿਆ ਗਾ। ਇਸ ਤਰ੍ਹਾਂ ਵੱਖ-ਵੱਖ ਥਾਵਾਂ 'ਤੇ ਜਿਹੜੀ ਨਾਈਟ੍ਰੋਜਨ ਹੈ ਵਾਯੂਮੰਡਲ ਦੇ ਵਿੱਚ ਸਿੱਧੇ ਤਰੀਕੇ ਨਾਲ ਜਾਂ ਅਸਿੱਧੇ, ਠੀਕ ਹੈ, ਕਿਸੇ ਵੀ ਢੰਗ ਨਾਲ ਆਪਾਂ ਨਾਈਟ੍ਰੋਜਨ ਦੀ ਜਿਹੜੀ ਵਰਤੋਂ ਕਰਦੇ ਹਾਂ। ਸਾਰੇ ਬੈਕਟੀਰੀਆ ਵਗੈਰਾ ਨੇ ਜਿਹੜੇ, ਉਹ ਵੀ ਨਾਈਟ੍ਰੋਜਨ ਦੀ ਵਰਤੋਂ ਕਰਦੇ ਆ, ਠੀਕ ਹੈ। ਜਿਸ ਤਰ੍ਹਾਂ ਆਪਾਂ ਪੜ੍ਹਦੇ ਹਾਂ ਰਾਈਜ਼ੋਮੀਅਮ, ਉਹ ਕੀ ਕਰਦਾ, ਨਾਈਟ੍ਰੋਜਨ ਫਿਕਸੇਸ਼ਨ ਦੇ ਵਿੱਚ ਮਦਦ ਕਰਦਾ, ਠੀਕ ਹੈ। ਪੌਦਿਆਂ ਦੀਆਂ ਜੜ੍ਹਾਂ ਦੇ ਵਿੱਚ ਉਹ ਕੀ ਕਰਦਾ, ਨਾਈਟ੍ਰੋਜਨ ਨੂੰ ਫਿਕਸ ਕਰਦਾ, ਜਿਹੜੇ ਪੌਦੇ ਦੇ ਵਧਣ ਫੁੱਲਣ ਦੇ ਵਿੱਚ ਸਹਾਇਤਾ ਕਰਦੇ ਆ, ਠੀਕ ਹੈ ਜੀ। ਦੇਖੋ ਕੁਛ ਬੈਕਟੀਰੀਆ ਨੇ ਜਿਹੜੇ, ਉਹਨਾਂ ਨੂੰ ਛੱਡ ਕੇ ਦੂਜੇ ਜੀਵ ਰੂਪ ਕਿਰਿਆਸ਼ੀਲ ਨਾਈਟ੍ਰੋਜਨ ਪਰਮਾਣੂਆਂ ਨੂੰ ਨਾਈਟ੍ਰਾਈਟਸ ਵਰਗੇ ਦੂਜੇ ਜ਼ਰੂਰੀ ਅਣੂਆਂ ਵਿੱਚ ਬਦਲਣ ਵਿੱਚ ਸਮਰੱਥ ਨਹੀਂ, ਠੀਕ ਹੈ। ਕਿ ਕੁਛ ਕੁ ਜੀਵ ਨੇ ਜਿਹੜੇ ਇਸ ਤਰ੍ਹਾਂ ਬਦਲ ਸਕਦੇ ਆ, ਕੁਛ ਕੁ ਜਿਹੜੇ ਬਦਲ ਨਹੀਂ ਸਕਦੇ। ਜਿਵੇਂ ਕਿ ਮੈਂ ਹੁਣੀ ਦੱਸਿਆ ਕਿ ਨਾਈਟ੍ਰੋਜਨ ਦਾ ਸਥਿਰੀਕਰਨ, ਠੀਕ ਹੈ, ਕਰਨ ਵਾਲੇ ਬੈਕਟੀਰੀਆ, ਉਹ ਕੀ ਕਰਦੀ ਹੈ, ਇਹੋ ਜਿਹੇ ਪੌਦਿਆਂ ਦੀਆਂ ਜੜ੍ਹਾਂ ਦੇ ਵਿੱਚ ਰਹਿੰਦੇ ਆ, ਠੀਕ ਹੈ। ਕਿਹੋ ਜਿਹੇ ਪੌਦੇ, ਜਿਵੇਂ ਡਾਈਕਾਟ ਪੌਦੇ ਹੋ ਗਏ, ਇਸ ਤਰ੍ਹਾਂ ਦੇ ਪੌਦਿਆਂ ਦੀਆਂ ਜੜ੍ਹਾਂ ਦੇ ਵਿੱਚ ਮਿਲਦੇ ਨੇ, ਜਿਹਨੂੰ ਆਪਾਂ ਫਲੀਦਾਰ ਪੌਦੇ ਕਹਿੰਦੇ ਹਾਂ ਜਾਂ ਗ੍ਰੰਥੀਆਂ ਵਾਲੇ ਪੌਦੇ ਕਹਿੰਦੇ ਹਾਂ। ਜੜ੍ਹਾਂ ਦੇ ਵਿੱਚ ਇੱਕ ਜਿਹੜਾ ਬੈਕਟੀਰੀਆ ਪਾਇਆ ਜਾਂਦਾ,
ਜਿਹੜਾ ਕਿ ਨਾਈਟ੍ਰੋਜਨ ਦਾ ਸਥਿਰੀਕਰਨ ਕਰਦਾ ਹੈ ਉਹਨੂੰ ਕਹਿੰਦੇ ਆਪਾਂ ਰਾਈਜ਼ੋਬੀਅਮ। ਠੀਕ ਹੈ, ਇਹਨੂੰ ਯਾਦ ਕਰ ਲਿਓ ਤੁਸੀਂ, ਰਾਈਜ਼ੋਬੀਅਮ। ਠੀਕ ਹੈ, ਬਹੁਤ ਇੰਪੋਰਟੈਂਟ ਆ, ਬਹੁਤ ਵਾਰੀ ਪੇਪਰਾਂ ਦੇ ਵਿੱਚ ਇਹ ਪੁੱਛਿਆ ਗਿਆ ਗਾ ਕਿ ਨਾਈਟ੍ਰੋਜਨ ਦੀ ਫਿਕਸੇਸ਼ਨ, ਨਾਈਟ੍ਰੋਜਨ ਦਾ ਸਥਿਰੀਕਰਨ ਕੌਣ ਕਰਦਾ ਹੈ? ਰਾਈਜ਼ੋਬੀਅਮ ਕਰਦਾ ਹੈ। ਸੌਰੀ, ਦੇਖੋ ਇਹ ਆਪਣੇ ਕੋਲ ਨਾਈਟ੍ਰੋਜਨ ਸਾਈਕਲ ਹੈ। ਨਾਈਟ੍ਰੋਜਨ ਸਾਈਕਲ ਨੂੰ ਦੇਖੋ ਤੁਸੀਂ ਧਿਆਨ ਨਾਲ ਦੇਖੋ ਕਿ ਕਿਵੇਂ ਨਾਈਟ੍ਰਾਈਟਸ ਦੇ ਵਿੱਚ ਚੇਂਜ ਹੋ ਰਿਹਾ ਹੈ, ਅਮੋਨੀਆ ਦੇ ਵਿੱਚ ਨਾਈਟ੍ਰੋਜਨ ਚੇਂਜ ਹੋ ਰਿਹਾ। ਦੇਖੋ ਕਿ ਜਦੋਂ ਜਿਹੜੀ ਇਹ ਸਾਰਾ ਸਰਕਲ ਚੱਲ ਰਿਹਾ, ਜਦੋਂ ਲਾਈਟਨਿੰਗ ਹੁੰਦੀ ਹੈ ਨਾ, ਬੱਦਲ ਗਰਜਦੇ, ਲਾਈਟਨਿੰਗ ਹੁੰਦੀ ਹੈ, ਉਦੋਂ ਵੀ ਨਾਈਟ੍ਰੇਟਸ ਬਣਦੇ ਆ। ਠੀਕ ਹੈ, ਉਦੋਂ ਵੀ ਨਾਈਟ੍ਰੋਜਨ ਵੀ ਟੁੱਟ ਕੇ ਜਿਹੜੀ ਕਿ ਹਵਾ ਦੇ ਵਿੱਚ ਹੁੰਦੀ ਹੈ ਉਹ ਨਾਈਟ੍ਰੇਟਸ ਬਣਾਉਂਦੀ ਹੈ, ਜਿਵੇਂ ਅਮੋਨੀਆ। ਠੀਕ ਹੈ, ਅਮੋਨੀਆ ਹੋ ਗਿਆ, NO2 ਹੋ ਗਿਆ, NO3, ਨਾਈਟ੍ਰਾਈਟਸ ਐਂਡ ਨਾਈਟ੍ਰੇਟਸ ਹੋ ਗਏ। ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਜਿਹੜਾ ਨਿਰਮਾਣ ਹੁੰਦਾ ਹੈ। ਇਹ ਕੀ ਨੇ? ਬੈਕਟੀਰੀਆ ਨੇ ਜਿਹੜੇ ਨਾਈਟ੍ਰੋਜਨ ਨੂੰ ਧਰਤੀ ਦੇ ਵਿੱਚ, ਮਿੱਟੀ ਦੇ ਵਿੱਚ ਫਿਕਸ ਕਰਦੇ ਆ। ਠੀਕ ਹੈ, ਨਾਈਟ੍ਰੋਜਨ ਦੀ ਫਿਕਸੇਸ਼ਨ ਕਰਦੇ ਆ। ਅਤੇ ਇਹ ਕੀ ਹੈਗਾ? ਡੀਨਾਈਟ੍ਰੀਫਿਕੇਸ਼ਨ ਬੈਕਟੀਰੀਆ। ਠੀਕ ਹੈ, ਇਹ ਕੀ ਨਾਈਟ੍ਰੋਜਨ ਨੂੰ ਅਲੱਗ ਕਰਦੇ ਆ ਇਹਦੇ ਉੱਪਰੋਂ। ਫਿਰ ਕੀ ਹੈ? ਫਿਰ ਇਸ ਤਰ੍ਹਾਂ ਨਾਲ ਐਨਵਾਇਰਨਮੈਂਟ ਦੇ ਵਿੱਚ ਨਾਈਟ੍ਰੋਜਨ ਚਲੀ ਜਾਂਦੀ ਹੈ, ਵਾਪਸ ਫਿਰ ਉਸੇ ਤਰ੍ਹਾਂ ਨਾਲ ਮਿੱਟੀ ਦੇ ਵਿੱਚ ਆ ਜਾਂਦੀ ਹੈ। ਇਸ ਤਰ੍ਹਾਂ ਨਾਲ ਕਿ ਫਿਕਸੇਸ਼ਨ ਵੀ ਹੁੰਦੀ ਰਹਿੰਦੀ ਹੈ, ਡੀਨਾਈਟ੍ਰੀਫਿਕੇਸ਼ਨ ਵੀ ਹੁੰਦੀ ਰਹਿੰਦੀ ਆ। ਠੀਕ ਹੈ, ਮਤਲਬ ਕਿ ਨਾਈਟ੍ਰੋਜਨ ਦਾ ਜਿਹੜਾ ਲੋਸ ਆ ਉਹ ਵੀ ਹੁੰਦਾ ਰਹਿੰਦਾ ਗਾ। ਇਹ ਸਾਰਾ ਕੀ ਹੈ? ਨਾਈਟ੍ਰੋਜਨ ਸਾਈਕਲ ਹੈ। ਦੇਖੋ, ਬਿਜਲੀ ਚਮਕਣ ਸਮੇਂ ਹਵਾ ਵਿੱਚ ਪੈਦਾ ਹੋਇਆ ਉੱਚਾ ਤਾਪਮਾਨ ਅਤੇ ਦਬਾਅ ਨਾਈਟ੍ਰੋਜਨ ਨੂੰ ਨਾਈਟ੍ਰੋਜਨ ਦੇ ਆਕਸਾਈਡ ਵਿੱਚ ਬਦਲ ਦਿੰਦਾ ਹੈ। ਨਾਈਟ੍ਰੋਜਨ ਦੇ ਆਕਸਾਈਡ ਕਿਹੜੇ ਨੇ? NO2, NO3। ਠੀਕ ਹੈ, ਇਹ ਕੀ ਨੇ? ਨਾਈਟ੍ਰੋਜਨ ਦੇ ਆਕਸਾਈਡ ਨੇ, ਇਹਨਾਂ ਦੇ ਵਿੱਚ ਬਦਲ ਦਿੰਦਾ ਹੈ। ਠੀਕ ਹੈ, ਇਹ ਕੀ ਕਰਦੇ ਨੇ? ਆਕਸਾਈਡ ਨੇ ਜਿਹੜੇ ਉਹ ਪਾਣੀ ਦੇ ਵਿੱਚ ਘੁਲ ਕੇ ਕੀ ਬਣਾਉਂਦੇ ਹੈਗੇ? ਨਾਈਟ੍ਰਿਕ ਐਸਿਡ ਬਣਾਉਂਦੇ ਆ, ਜਿਹਨੂੰ ਆਪਾਂ ਕਹਿੰਦੇ ਹਾਂ HNO3, ਅਤੇ ਨਾਈਟਰਸ ਬਣਾਉਂਦੇ ਆ, ਜਿਹਨੂੰ ਆਪਾਂ ਕਹਿੰਦੇ ਹਾਂ HNO2। ਠੀਕ ਹੈ, ਇਹ ਬਣਾਉਂਦੇ ਨੇ ਅਤੇ ਇਹ ਪਾਣੀ ਦੇ ਨਾਲ ਕੀ ਫਿਰ ਧਰਤੀ 'ਤੇ ਵਾਪਸ ਆ ਜਾਂਦੇ ਨੇ। ਠੀਕ ਹੈ, ਧਰਤੀ 'ਤੇ ਆ ਕੇ ਫਿਰ ਕੇ ਮਿੱਟੀ ਦੇ ਵਿੱਚ ਮਿਲ ਜਾਂਦੇ ਨੇ, ਜਾਂ ਵੱਖ-ਵੱਖ ਜੀਵ ਜੰਤੂਆਂ ਦੁਆਰਾ ਇਹਨਾਂ ਨੂੰ ਸੋਖ ਲਿਆ ਜਾਂਦਾ। ਹੁਣ ਜਿਹੜੇ ਪੌਦੇ ਨੇ ਉਹ ਕਿਹਨੂੰ ਵਰਤ ਰਹੇ ਆ? ਨਾਈਟ੍ਰੇਟਸ ਨੂੰ ਅਤੇ ਨਾਈਟ੍ਰਾਈਟਸ ਨੂੰ, ਯਾਨੀ ਕਿ NO2 ਐਂਡ NO3। ਠੀਕ ਹੈ, ਅਤੇ ਉਹਨਾਂ ਨੂੰ ਅਮੀਨੋ ਐਸਿਡ ਵਿੱਚ ਬਦਲ ਦਿੰਦੇ ਹਨ, ਜਿਨ੍ਹਾਂ ਦੀ ਵਰਤੋਂ ਪ੍ਰੋਟੀਨ ਬਣਾਉਣ ਵਿੱਚ ਹੁੰਦੀ ਹੈ। ਕੁਦਰਤ ਵਿੱਚ ਇੱਕ ਨਾਈਟ੍ਰੋਜਨ ਚੱਕਰ ਹੁੰਦਾ ਹੈ, ਜਿਸ ਵਿੱਚ ਨਾਈਟ੍ਰੋਜਨ ਵਾਯੂਮੰਡਲ ਵਿੱਚ ਆਪਣੇ ਮੂਲ ਰੂਪ ਵਿੱਚੋਂ ਲੰਘਦੀ ਹੋਈ ਮਿੱਟੀ ਅਤੇ ਪਾਣੀ ਵਿੱਚ ਸਧਾਰਨ ਪਰਮਾਣੂਆਂ ਦੇ ਰੂਪ ਵਿੱਚ ਬਦਲਦੀ ਰਹਿੰਦੀ ਹੈ। ਕਿ ਇਹ ਕੀ ਕਹਿੰਦੇ ਆ ਕਿ ਨਾਈਟ੍ਰੋਜਨ ਸਾਈਕਲ ਇੱਕ ਇਹੋ ਜਿਹਾ ਸਾਈਕਲ ਹੈ ਜਿਹਦੇ ਵਿੱਚੋਂ ਜਿਹੜੀ ਵਾਯੂਮੰਡਲ ਦੇ ਵਿੱਚ ਨਾਈਟ੍ਰੋਜਨ ਹੈ ਉਹ ਚੀਜ਼ਾਂ ਦੇ ਵਿੱਚ ਘੁਲ ਕੇ ਮਿੱਟੀ ਦੇ ਵਿੱਚ ਚਲੀ ਜਾਂਦੀ ਹੈ, ਅਤੇ ਮਿੱਟੀ 'ਚੋਂ ਵਾਪਸ ਫਿਰ ਕੀ ਹੈ? ਵਾਯੂਮੰਡਲ ਦੇ ਵਿੱਚ ਆ ਜਾਂਦੀ ਹੈ। ਇਸ ਤਰ੍ਹਾਂ ਨਾਲ ਉਹ ਕੀ ਹੈ? ਵਾਯੂਮੰਡਲ ਦੇ ਵਿੱਚ ਕਦੇ ਮਿੱਟੀ ਦੇ ਵਿੱਚ ਵਾਰ-ਵਾਰ ਕਿਰਿਆਵਾਂ ਜਿਹੜੀਆਂ ਕਰਦੀ ਰਹਿੰਦੀ ਹੈ। ਠੀਕ ਹੈ, ਜੀਵਤ ਪ੍ਰਾਣੀਆਂ ਵਿੱਚ ਹੋਰ ਵਧੇਰੇ ਜਟਿਲ ਯੌਗਿਕਾਂ ਦੇ ਰੂਪ ਵਿੱਚ ਬਦਲ ਜਾਂਦਾ ਹੈ, ਫਿਰ ਇਹ ਸਧਾਰਨ ਪਰਮਾਣੂਆਂ ਦੇ ਰੂਪ ਵਿੱਚ ਵਾਯੂਮੰਡਲ ਦੇ ਵਿੱਚ ਵਾਪਸ ਆ ਜਾਂਦੀ ਹੈ। ਕਿ ਹੋਰ ਜਟਿਲ ਰੂਪ ਕਿਹੜੇ ਹੁੰਦੇ ਨੇਗੇ? ਜਿਵੇਂ ਆਪਣੇ ਕੋਲ HNO2 ਬਣ ਗਿਆ, HNO3 ਬਣ ਗਿਆ, ਇਹ ਜਟਿਲ ਰੂਪ ਨੇ। ਡੀਨਾਈਟ੍ਰੀਫਿਕੇਸ਼ਨ ਹੋ ਕੇ ਟੁੱਟ ਕੇ ਇਹ ਫਿਰ ਕੀ ਬਣਾ ਦਿੰਦੇ ਨੇ? ਨਾਈਟ੍ਰੋਜਨ ਬਣਾ ਦਿੰਦੇ ਆ। ਠੀਕ ਹੈ ਜੀ, ਨੈਕਸਟ ਆਪਣੇ ਕੋਲ ਹੈਗਾ ਕਾਰਬਨ ਚੱਕਰ। ਕਾਰਬਨ ਸਾਈਕਲ ਕਹਿੰਦੇ ਜਿਹਨੂੰ ਆਪਾਂ ਕਾਰਬਨ, ਦੇਖੋ ਆਪਾਂ ਨੂੰ ਪਤਾ ਹੈ ਕਿ ਆਪਣੇ ਚਾਰੇ ਪਾਸੇ ਕਾਰਬਨ ਹੈ ਜਿਹੜੀ ਵੱਡੀ ਮਾਤਰਾ ਦੇ ਵਿੱਚ ਮੌਜੂਦ ਹੈ। ਜਿਹੜੇ ਆਪਾਂਗੇ ਜੀਵਿਤ ਇਨਸਾਨ, ਉਹਨਾਂ ਦੇ ਵਿੱਚ ਵੀ ਕਾਰਬਨ ਹੈ ਜਿਹੜੀ ਵੱਡੀ ਮਾਤਰਾ ਦੇ ਵਿੱਚ ਪਾਈ ਜਾਂਦੀ ਹੈ। ਠੀਕ ਹੈ, ਆਪਾਂ ਇੱਕ ਚੈਪਟਰ ਦੇ ਵਿੱਚ, ਇਹ ਸਪੈਸ਼ਲ ਚੈਪਟਰ ਹੈ ਇੱਕ ਕਾਰਬਨ ਦਾ, ਜਿਹਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਕਾਰਬਨ ਬਾਰੇ ਪੜ੍ਹਾਂਗੇ। ਠੀਕ ਹੈ, ਆਪਾਂ ਨੂੰ ਪਤਾ ਹੈ ਕਿ ਧਰਤੀ ਦੇ ਉੱਪਰ ਮੂਲ ਰੂਪ ਦੇ ਵਿੱਚ ਕਾਰਬਨ ਕਿੱਥੇ ਮਿਲਦਾ ਹੈ? ਹੀਰੇ ਦੇ ਰੂਪ 'ਚ ਅਤੇ ਗ੍ਰੇਫਾਈਟ ਦੇ ਵਿੱਚੋਂ। ਇਹ ਦੋ ਨੇ ਕੀ ਨੇ ਇਹਦੇ? ਇਹ ਦੋਨੋਂ ਇਹਦੇ ਕੀ ਨੇ? ਐਲੋਟ੍ਰੋਪਸ ਨੇਗੇ। ਠੀਕ ਹੈ, ਹੀਰਾ ਅਤੇ ਗ੍ਰੇਫਾਈਟ ਦੋਨੇ ਹੀ। ਠੀਕ ਹੈ, ਇਹ ਕੀ ਨੇ? ਕਾਰਬਨ ਦੇ ਯੌਗਿਕ ਨੇ, ਕਾਰਬਨ ਤੋਂ ਹੀ ਬਣੇ ਹੋਏ ਨੇਗੇ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਾਰਬਨ ਤੋਂ ਬਣਦੀਆਂ ਨੇ, ਜਿਵੇਂ ਆਪਣੇ ਕੋਲ ਕਾਰਬੋਨੇਟਸ ਹੋ ਗਏ, ਕਾਰਬਨ ਡਾਈਆਕਸਾਈਡ ਹੋ ਗਿਆ, ਹਾਈਡਰੋਜਨ ਦੇ ਕਾਰਬੋਨੇਟਸ ਹੋ ਗਏ। ਠੀਕ ਹੈ, ਸੋਡੀਅਮ ਬਾਈਕਾਰਬੋਨੇਟ ਹੋ ਗਿਆ। ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਕਾਰਬਨ ਦੀ ਵਰਤੋਂ ਆ ਜਿਹੜੀ ਕੀਤੀ ਜਾਂਦੀ ਹੈ, ਜਿਵੇਂ ਕਿ ਆਪਣਾ ਬੇਕਿੰਗ ਸੋਡਾ ਹੋ ਗਿਆ, ਉਹਦੇ ਵਿੱਚ ਵੀ ਕਾਰਬਨ ਦੀ ਵਰਤੋਂ ਕੀਤੀ ਜਾਂਦੀ ਹੈ। ਹੋਰ ਚੀਜ਼ਾਂ ਜਿਸ ਤਰ੍ਹਾਂ ਕਿ ਪ੍ਰੋਟੀਨ ਹੋ ਗਏ, ਕਾਰਬੋਹਾਈਡਰੇਟਸ, ਚਰਬੀ, ਨਿਊਕਲਿਕ ਐਸਿਡ, ਠੀਕ ਹੈ, ਵਿਟਾਮਿਨਸ, ਇਹ ਸਭ ਦੇ ਵਿੱਚ ਕੀ ਹੈ? ਕਾਰਬਨ ਹੈ ਜਿਹੜੀ ਪ੍ਰੈਜ਼ੈਂਟ ਹੈ। ਠੀਕ ਹੈ, ਮੂਲ ਕਿਰਿਆਵਾਂ ਰਾਹੀਂ ਕਾਰਬਨ ਜੀਵਨ ਦਾ ਕਈ ਰੂਪਾਂ ਵਿੱਚ ਮਿਲੀ ਹੁੰਦੀ ਹੈ। ਇਹ ਕਿਰਿਆ ਵਾਯੂਮੰਡਲ ਵਿੱਚ ਜਾਂ ਪਾਣੀ ਵਿੱਚ
ਘੁਲੀ ਹੋਈ ਕਾਰਬਨ ਡਾਈਆਕਸਾਈਡ ਨੂੰ ਗਲੂਕੋਜ਼ ਅਣੂਆਂ ਵਿੱਚ ਬਦਲ ਦਿੰਦੀ ਹੈ। ਠੀਕ ਹੈ, ਇਹ ਕੀ ਕਰਦੀ ਹੈ ਕਿ ਕੋਈ ਵੀ ਕਾਰਬਨ ਡਾਈਆਕਸਾਈਡ, ਠੀਕ ਹੈ, ਪਾਣੀ ਵਗੈਰਾ ਦੇ ਵਿੱਚ ਘੁਲੀ ਹੋਈ, ਆਪਾਂ ਨੂੰ ਪਤਾ ਹੈ ਕਿ ਕਾਰਬਨ ਡਾਈਆਕਸਾਈਡ ਤੇ ਪਾਣੀ ਇਹ ਤੋਂ ਮਿਲ ਕੇ ਕੀ ਬਣਦਾ ਹੈ, ਗਲੂਕੋਜ਼ ਬਣਦਾ ਹੈ। ਠੀਕ ਹੈ, ਗਲੂਕੋਜ਼ ਦਾ ਕੀ ਫਾਰਮੂਲਾ ਹੈ, C6H12O6। ਠੀਕ ਹੈ, ਇਹ ਪ੍ਰਕਾਸ਼ ਸੰਸਲੇਸ਼ਣ ਕਿਰਿਆ ਵੀ ਹੁੰਦੀ ਹੈ। ਪ੍ਰਕਾਸ਼ ਸੰਸਲੇਸ਼ਣ ਕਿਰਿਆ ਦਾ ਰਿਐਕਸ਼ਨ ਹੈ ਇਹ। ਜਦੋਂ ਆਪਾਂ ਇਹਨੂੰ ਬੈਲੈਂਸ ਕਰਾਂਗੇ ਤਾਂ ਆਪਣੇ ਕੋਲੇ ਕੀ ਇਹ ਪ੍ਰਕਾਸ਼ ਸੰਸਲੇਸ਼ਣ ਕਿਰਿਆ ਜਿਹਦੇ ਰਾਹੀਂ ਪੌਦੇ ਆਪਣਾ ਭੋਜਨ ਤਿਆਰ ਕਰਦੇ ਆ ਕਾਰਬਨ ਡਾਈਆਕਸਾਈਡ ਤੇ ਪਾਣੀ, ਸੂਰਜ ਦੀ ਰੋਸ਼ਨੀ, ਇਹਨਾਂ ਦੀ ਮਦਦ ਦੇ ਨਾਲ। ਠੀਕ ਹੈ, ਤੇ ਕੀ ਬਣਦਾ ਗਾ, ਗਲੂਕੋਜ਼ ਬਣਦਾ ਹੈ, ਜਿਹੜੇ ਪੌਦੇ ਆਪਣੇ ਵਿੱਚ ਜਮ੍ਹਾਂ ਕਰ ਲੈਂਦੇ ਆ। ਠੀਕ ਹੈ, ਗਲੂਕੋਜ਼ ਤੋਂ ਹੀ ਕੀ ਹੈ, ਪੌਦਿਆਂ ਨੂੰ ਤੇ ਜੀਵ ਜੰਤੂਆਂ ਨੂੰ ਊਰਜਾ ਮਿਲਦੀ ਹੈ। ਠੀਕ ਹੈ, ਦੇਖੋ ਕਹਿੰਦੇ ਸਾਹ ਕਿਰਿਆ ਰਾਹੀਂ ਗਲੂਕੋਜ਼ ਨੂੰ ਕਾਰਬਨ ਡਾਈਆਕਸਾਈਡ ਵਿੱਚ ਬਦਲਣ ਲਈ ਆਕਸੀਜਨ ਦੀ ਵਰਤੋਂ ਹੋ ਸਕਦੀ ਹੈ ਤੇ ਨਹੀਂ ਵੀ ਹੋ ਸਕਦੀ। ਕਈ ਇਹੋ ਜਿਹੀਆਂ ਕਿਰਿਆਵਾਂ ਨੇਗੀਆਂ ਜਿਨ੍ਹਾਂ ਦੇ ਵਿੱਚ ਆਪਾਂ ਆਕਸੀਜਨ ਦੀ ਵਰਤੋਂ ਕਰਦੇ ਹਾਂ, ਕਈ ਨੇ ਜਿਹੜੀਆਂ ਅਨਾਕਸੀ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਆਪਾਂ ਆਕਸੀਜਨ ਦੀ ਵਰਤੋਂ ਨਹੀਂ ਕਰਦੇ। ਠੀਕ ਹੈ, ਇੱਕ ਹੁੰਦਾ ਨੇ ਆਕਸੀਕਰਨ ਕਿਰਿਆਵਾਂ, ਇੱਕ ਅਨਾਕਸੀ ਕਿਰਿਆਵਾਂ। ਆਕਸੀ ਕਿਰਿਆਵਾਂ ਕਿਹੜੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਆਕਸੀਜਨ ਦੀ ਵਰਤੋਂ ਹੁੰਦੀ ਹੈ। ਅਨਾਕਸੀ ਜਿਨ੍ਹਾਂ ਦੇ ਵਿੱਚ ਆਕਸੀਜਨ ਦੀ ਵਰਤੋਂ ਨਹੀਂ ਹੁੰਦੀ। ਠੀਕ ਹੈ ਜੀ, ਦੇਖੋ ਇਸ ਤਰ੍ਹਾਂ ਆਪਣੇ ਕੋਲੇ ਕਾਰਬਨ ਸਾਈਕਲ ਹੈ। ਧਿਆਨ ਨਾਲ ਦੇਖੋ ਕਿ ਆਪਣੇ ਕੋਲੇ ਕੀ ਹੈ, ਸੂਰਜ ਹੈ, ਸੂਰਜ ਦੀ ਰੋਸ਼ਨੀ ਕਾਰਬਨ ਡਾਈਆਕਸਾਈਡ ਤੇ ਪਾਣੀ ਦੀ ਮਦਦ ਦੇ ਨਾਲ ਪੌਦੇ ਕੀ ਕਹਿੰਦੇ ਆਪਣਾ ਭੋਜਨ ਬਣਾ ਰਹੇ ਨੇ। ਠੀਕ ਹੈ, ਐਨੀਮਲਸ ਨੇ ਜਿਹੜੇ ਬਰੀਥ ਕਰ ਰਹੇ ਨੇਗੇ, ਸਾਹ ਦੇ ਰਾਹੀਂ ਕੀ ਹੈ ਕਾਰਬਨ ਡਾਈਆਕਸਾਈਡ ਐਟਮੋਸਫੀਅਰ ਦੇ ਵਿੱਚ ਛੱਡ ਰਹੇ ਨੇ, ਤੇ ਐਟਮੋਸਫੀਅਰ ਦੇ ਵਿੱਚ ਖੁਦ ਵੀ ਵਾਯੂਮੰਡਲ ਦੇ ਵਿੱਚ ਕਾਰਬਨ ਡਾਈਆਕਸਾਈਡ ਹੈਗੀ ਹੈ। ਠੀਕ ਹੈ, ਬਾਕੀ ਜਿਹੜੇ ਫੈਕਟਰੀਆਂ ਵਗੈਰਾ ਲੱਗੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਵੀ ਕੀ ਜਿਹੜੇ ਫਿਊਲ ਜਲਾਉਂਦੇ ਆ, ਉੱਥੋਂ ਕੀ ਪੈਦਾ ਹੁੰਦੀ ਹੈ, ਕਾਰਬਨ ਡਾਈਆਕਸਾਈਡ ਜਾਂ ਕਾਰਬਨ ਮੋਨੋਆਕਸਾਈਡ ਪੈਦਾ ਹੁੰਦੀ ਹੈ। ਠੀਕ ਹੈ ਜੀ, ਤੇ ਕੋਈ ਜਿਹੜੇ ਡੈਡ ਡਿਕੇਇੰਗ ਪਾਰਟੀਕਲਸ ਹੁੰਦੇ ਨੇ ਜਾਂ ਫੋਸਿਲ ਫਿਊਲਸ ਹੁੰਦੇ ਨੇ ਉਹਨਾਂ ਤੋਂ ਵੀ ਕੀ ਪੈਦਾ ਹੁੰਦੀ ਹੈ, ਕਾਰਬਨ ਡਾਈਆਕਸਾਈਡ, ਜਿਹੜੀ ਕਿ ਇਨਵਾਇਰਮੈਂਟ ਦੇ ਵਿੱਚ ਚਲੀ ਜਾਂਦੀ ਹੈ। ਇਨਵਾਇਰਮੈਂਟ ਦੇ ਵਿੱਚੋਂ ਵਾਪਸ ਯੂਜ਼ ਕਰਕੇ ਉਤਪਾਦਕਾਂ ਕੋਲ ਆ ਜਾਂਦੀ ਹੈ, ਫਿਰ ਖਪਤਕਾਰਾਂ ਕੋਲ ਜਾਂਦੀ ਹੈ, ਫਿਰ ਕੀ ਡੀਕੰਪੋਜ਼ ਹੋ ਕੇ ਵਾਪਸ ਵਾਤਾਵਰਨ ਦੇ ਵਿੱਚ ਆ ਜਾਂਦੀ ਹੈ। ਇਸ ਤਰ੍ਹਾਂ ਨਾਲ ਜਿਹੜਾ ਕਾਰਬਨ ਸਾਈਕਲ ਆ ਪੂਰਾ ਚੱਲਦਾ ਗਾ। ਦੇਖੋ ਕਾਰਬਨ ਡਾਈਆਕਸਾਈਡ ਵਾਯੂਮੰਡਲ ਵਿੱਚ ਵਾਪਸ ਚਲੀ ਜਾਂਦੀ ਹੈ। ਜਲਣ ਦੀ ਕਿਰਿਆ, ਜਿੱਥੇ ਬਾਲਣ ਦੀ ਵਰਤੋਂ ਭੋਜਨ ਬਣਾਉਣ ਤੇ ਗਰਮ ਕਰਨ, ਆਵਾਜਾਈ ਅਤੇ ਉਦਯੋਗਾਂ ਰਾਹੀਂ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਦਾਖਲ ਹੁੰਦੀ ਹੈ। ਕਿ ਦੇਖੋ ਕਾਰਬਨ ਡਾਈਆਕਸਾਈਡ ਨੂੰ ਪਹਿਲਾਂ ਪੌਦਿਆਂ ਨੇ ਵਰਤ ਲਿਆ, ਭੋਜਨ ਬਣਾਤਾ, ਉਸ ਤੋਂ ਬਾਅਦ 'ਚ ਵੱਖ-ਵੱਖ ਚੀਜ਼ਾਂ ਦੇ ਵਿੱਚ ਆਪਾਂ ਨੇ ਕੀ ਹੈ ਕਾਰਬਨ ਡਾਈਆਕਸਾਈਡ ਪੈਦਾ ਕੀਤੀ ਆ। ਠੀਕ ਹੈ, ਭੋਜਨ ਗਰਮ ਕੀਤਾ, ਆਪਾਂ ਨੇ ਫਿਊਲ ਜਲਾਇਆ ਗਾ, ਲੱਕੜਾਂ ਵਗੈਰਾ ਜਲਾਈਆਂ ਨੇ, ਫੈਕਟਰੀਆਂ ਚੱਲੀਆਂ ਨੇ, ਉੱਥੋਂ ਕੀ ਪੈਦਾ ਹੁੰਦਾ, ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ। ਠੀਕ ਹੈ ਜੀ, ਜਿਸ ਤਰ੍ਹਾਂ ਕਹਿੰਦੇ ਪਾਣੀ ਆਪਾਂ ਅਲੱਗ-ਅਲੱਗ ਕਿਰਿਆਵਾਂ ਦੇ ਵਾਸਤੇ ਯੂਜ਼ ਕਰਦੇ ਹਾਂ, ਉਸੇ ਤਰ੍ਹਾਂ ਨਾਲ ਹੀ ਆਪਾਂ ਕਾਰਬਨ ਵੀ ਆ ਜਿਹੜੀ ਵੱਖ-ਵੱਖ ਭੌਤਿਕ, ਰਸਾਇਣਿਕ ਤੇ ਜੈਵਿਕ ਕਿਰਿਆਵਾਂ ਦੇ ਲਈ ਵਰਤਦੇ ਹਾਂ। ਇਸ ਕਰਕੇ ਇਹਦਾ ਵਾਰ-ਵਾਰ ਜਿਹੜਾ ਪੁਨਰ ਚੱਕਰ ਹੈ ਹੁੰਦਾ ਰਹਿੰਦਾ ਗਾ। ਨੈਕਸਟ ਆਪਣੇ ਕੋਲ ਵੈਰੀ ਇੰਪੋਰਟੈਂਟ ਟੌਪਿਕ ਹੈ ਗ੍ਰੀਨ ਹਾਊਸ ਪ੍ਰਭਾਵ, ਗ੍ਰੀਨ ਹਾਊਸ ਇਫੈਕਟ। ਠੀਕ ਹੈ, ਗ੍ਰੀਨ ਹਾਊਸ ਪ੍ਰਭਾਵ ਕੀ ਹੁੰਦਾ ਕਿ ਆਪਾਂ ਨੂੰ ਪਤਾ ਹੈ ਕੁਝ ਗੈਸਾਂ ਹੁੰਦੀਆਂ ਨੇ ਜਿਹੜੀਆਂ ਕੀ ਹੈ ਧਰਤੀ ਦੇ ਵਾਤਾਵਰਨ ਦੇ ਵਿੱਚ ਐਂਟਰ ਕਰ ਜਾਂਦੀਆਂ ਨੇ। ਠੀਕ ਹੈ, ਆਪਣੀ ਜਿਹੜੀ ਆਲੇ ਦੁਆਲੇ ਪਰਤ ਬਣੀ ਹੋਈ ਹੈ ਧਰਤੀ ਦੇ, ਜਿਹਨੂੰ ਆਪਾਂ ਓਜ਼ੋਨ ਪਰਤ ਵੀ ਕਹਿੰਦੇ ਹਾਂ। ਠੀਕ ਹੈ, ਆਲੇ ਦੁਆਲੇ ਇਸ ਤਰ੍ਹਾਂ ਦਾ ਗੈਸਾਂ ਦਾ ਗਿਲਾਫ ਬਣਿਆ ਹੋਇਆ ਕਿ ਇੱਕ ਵਾਰੀ ਜੇ ਹੀਟ ਅੰਦਰ ਐਂਟਰ ਕਰ ਗਈ, ਅੰਦਰ ਆ ਗਈ, ਤਾਂ ਉਹਨੂੰ ਬਾਹਰ ਜਾਣ ਤੋਂ ਰੋਕਦੀਆਂ ਨੇ। ਠੀਕ ਹੈ, ਤਾਂ ਉਹ ਬਾਹਰ ਨਹੀਂ ਜਾ ਸਕਦੀ, ਗੈਸ ਤੇ ਹੀਟ ਬਾਹਰ ਨਹੀਂ ਜਾ ਸਕਦੀ। ਇਸ ਤਰ੍ਹਾਂ ਨਾਲ ਜਿਹੜਾ ਸੰਸਾਰ ਦੇ ਵਿੱਚ ਵਾਯੂਮੰਡਲ ਦੇ ਵਿੱਚ ਤਾਪਮਾਨ ਹੋ ਕੇ ਲਗਾਤਾਰ ਵੱਧ ਰਿਹਾ ਗਾ। ਜਿਹੜਾ ਇਹ ਤਾਪਮਾਨ ਦੇ ਵਿੱਚ ਵਾਧਾ ਹੈਗਾ ਉਸ ਨੂੰ ਆਪਾਂ ਕਹਿੰਦੇ ਹਾਂ ਗ੍ਰੀਨ ਹਾਊਸ ਪ੍ਰਭਾਵ। ਦੇਖੋ ਆਪਾਂ ਪੜ੍ਹਦੇ ਹਾਂ ਕਿ ਕੁਝ ਗੈਸਾਂ ਧਰਤੀ ਤੋਂ ਤਾਪ ਨੂੰ ਧਰਤੀ ਦੇ ਵਾਯੂਮੰਡਲ ਦੇ ਬਾਹਰ ਜਾਣ ਤੋਂ ਰੋਕਦੀਆਂ ਹਨ। ਵਾਯੂਮੰਡਲ ਵਿੱਚ ਮੌਜੂਦ ਇਸ ਤਰ੍ਹਾਂ ਦੀਆਂ ਗੈਸਾਂ ਵਿੱਚ ਵਾਧਾ ਸੰਸਾਰ ਦੇ ਔਸਤ ਤਾਪਮਾਨ ਨੂੰ ਵਧਾ ਸਕਦਾ ਹੈ, ਕਿ ਉਹ ਗੈਸਾਂ ਬਾਹਰ ਨਹੀਂ ਜਾਣ ਦਿੰਦੀਆਂ ਹੀਟ ਨੂੰ। ਠੀਕ ਹੈ, ਤਾਪਮਾਨ ਨੂੰ ਬਾਹਰ ਨਹੀਂ ਜਾਣ ਦਿੰਦੀਆਂ, ਜਿਹਦੇ ਕਰਕੇ ਧਰਤੀ ਦਾ ਤਾਪਮਾਨ ਵੱਧ ਜਾਂਦਾ ਹੈ। ਇਹ ਧਰਤੀ ਦੇ ਤਾਪਮਾਨ ਦੇ ਵਧਣ ਨੂੰ ਹੀ ਆਪਾਂ ਗ੍ਰੀਨ ਹਾਊਸ ਪ੍ਰਭਾਵ ਕਹਿੰਦੇ ਹਾਂ। ਠੀਕ ਹੈ, ਕਾਰਬਨ ਡਾਈਆਕਸਾਈਡ ਵੀ ਇਸ ਤਰ੍ਹਾਂ ਦੀ ਗੈਸ ਹੈ ਜਿਹੜੀ ਗ੍ਰੀਨ ਹਾਊਸ ਪ੍ਰਭਾਵ ਦੇ ਵਿੱਚ ਮੇਨ ਰੋਲ ਪਲੇ ਕਰਦੀ ਹੈ। ਹੋਰ ਦੇਖੋ ਜਿਹੜੇ ਪੌਦੇ ਨੇ ਐਨਰਜੀ ਛੱਡ ਦਿੰਦੇ ਆ ਵਾਤਾਵਰਨ ਦੇ ਵਿੱਚ। ਠੀਕ ਹੈ, ਲਾਈਟ ਹੈ ਜਿਹੜੀ ਰਿਫਲੈਕਟ ਹੋ ਕੇ ਵਾਪਸ ਜਾਂਦੀ ਹੈ। ਫੈਕਟਰੀਆਂ ਜਾਂ ਘਰਾਂ ਤੋਂ ਜਿਹੜੀਆਂ ਗੈਸਾਂ ਪੈਦਾ ਹੁੰਦੀਆਂ ਨੇ, ਇਹ ਗੈਸਾਂ ਚੰਗੀ ਤਰ੍ਹਾਂ ਨਾਲ ਯਾਦ ਕਰ ਲੈਣੀਆਂ ਨੇ, ਕਿਉਂਕਿ ਪੁੱਛ ਸਕਦੇ ਆ ਕਿ ਕਿਹੜੀਆਂ ਗੈਸਾਂ ਦੇ ਨਾਲ ਗ੍ਰੀਨ ਹਾਊਸ ਪ੍ਰਭਾਵ ਹੋ ਸਕਦਾ ਹੈ। ਠੀਕ ਹੈ, CH4 ਹੋ ਗਿਆ, CO2 ਹੋ ਗਿਆ, SF6 ਹੋ ਗਿਆ, N2O ਹੋ ਗਿਆ। ਠੀਕ ਹੈ, ਵਾਟਰ ਵੇਪਰਸ ਹੋ ਗਏ, H2O ਵੇਪਰਸ ਹੋ ਗਏ। ਇਹ ਕੀ ਨੇ, ਮੇਨ ਨੇ ਜਿਹੜੇ ਗ੍ਰੀਨ ਹਾਊਸ ਪ੍ਰਭਾਵ ਦੇ ਵਿੱਚ ਹਿੱਸਾ ਪਾਉਂਦੇ ਆ। ਠੀਕ ਹੈ, ਇਸ ਤੋਂ ਬਾਅਦ 'ਚੋਂ ਸਲਫੇਟਸ ਵੀ ਹੋ ਸਕਦੇ ਆ, SO2, SO3, CO। ਠੀਕ ਹੈ, CO2, ਇਹ ਸਾਰੇ ਕੀ ਨੇ, ਮੇਨ ਕਾਰਨ ਨੇ ਤਾਪਮਾਨ ਵਧਣ ਦੇ।
ਇਹ ਫੈਕਟਰੀਆਂ ਤੋਂ, ਠੀਕ ਹੈ, ਵਹੀਕਲ ਜਿਹੜੇ ਆਵਾਜਾਈ ਚਲਾਉਂਦੇ ਆ ਸਾਧਨਾਂ ਤੋਂ, ਉਹਨਾਂ ਦੇ ਧੂਏ ਤੋਂ ਕੀ ਹੈ ਪੈਦਾ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ ਹਾਨੀਕਾਰਕ ਗੈਸਾਂ। ਦੇਖੋ ਕਹਿੰਦੇ ਵਾਯੂਮੰਡਲ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਵਿੱਚ ਵਾਧੇ ਨਾਲ ਵਾਯੂਮੰਡਲ ਦੇ ਤਾਪਮਾਨ ਵਿੱਚ ਵਾਧਾ ਹੋਵੇਗਾ ਕਿ ਇਹ ਵਾਧਾ ਇੰਨਾ ਜ਼ਿਆਦਾ ਹੋਊਗਾ ਵਿਸ਼ਵ ਵਿਆਪੀ, ਜਿਹਨੂੰ ਆਪਾਂ ਕਹਾਂਗੇ ਕਿ ਪੂਰੀ ਧਰਤੀ ਤੇ ਪੂਰੇ ਗਲੋਬ ਦੇ ਉੱਪਰ ਗਰਮੀ ਇੰਨੀ ਵੱਧ ਗਈ ਕਿਉਂਕਿ CO2 ਦੀ ਮਾਤਰਾ ਵੱਧ ਗਈ। ਠੀਕ ਹੈ, ਦੇਖੋ ਪਾਪੂਲੇਸ਼ਨ ਤੇ ਵੀ ਡਿਪੈਂਡ ਕਰਦਾ, ਕਿਉਂਕਿ ਜਿੰਨੀ ਜਨਸੰਖਿਆ ਵੱਧ ਰਹੀ ਹੈ ਆਪਾਂ ਕੀ ਕਰਦੇ ਹਾਂ, ਸਾਰਾ ਹੀ ਕਿਹੜੀ ਗੈਸ ਛੱਡਦੇ ਹਾਂ, ਕਾਰਬਨ ਡਾਈਆਕਸਾਈਡ। ਤਾਂ ਜਿੰਨੀ ਜ਼ਿਆਦਾ ਪਾਪੂਲੇਸ਼ਨ ਹੋ ਰਹੀ ਹੈ ਕਾਰਬਨ ਡਾਈਆਕਸਾਈਡ ਦੀ ਮਾਤਰਾ ਆਪਣੇ ਵਾਤਾਵਰਨ ਦੇ ਵਿੱਚ ਉਨੀ ਜ਼ਿਆਦਾ ਵਧੀ ਜਾਂਦੀ ਹੈ, ਜਿਹਦੇ ਕਰਕੇ ਗਲੋਬਲ ਵਾਰਮਿੰਗ ਹੋ ਗਈ, ਯਾਨੀ ਕਿ ਵਿਸ਼ਵ ਪੱਧਰ ਤੇ ਵਿਸ਼ਵ ਵਿਆਪੀ ਹੈ ਜਿਹੜੀ ਗਰਮੀ ਹੋ ਗਈ, ਜ਼ਿਆਦਾ ਗਰਮੀ ਹੋ ਗਈ। ਜਿਸ ਤਰ੍ਹਾਂ ਕਿ ਆਪਾਂ ਹੁਣੀ ਦੇਖ ਰਹੇ ਹਾਂ, ਠੀਕ ਹੈ, ਅਪ੍ਰੈਲ ਦੇ ਵਿੱਚ ਬਹੁਤ ਜ਼ਿਆਦਾ ਜੂਨ ਜੁਲਾਈ ਦੀ ਤਰ੍ਹਾਂ ਗਰਮੀ ਪੈ ਰਹੀ ਹੈ, ਤਾਂ ਜੂਨ ਜੁਲਾਈ 'ਚ ਇਸ ਤੋਂ ਵੀ ਜ਼ਿਆਦਾ ਗਰਮੀ ਹੋਣ ਦੇ ਚਾਂਸਿਸ ਹੈ। ਉਹ ਕਿਹਦੇ ਕਰਕੇ ਹੈ, ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਗੈਸਾਂ ਨੇਗੀਆਂ ਉਹ ਵਾਤਾਵਰਨ ਦੇ ਵਿੱਚ ਲਗਾਤਾਰ ਵੱਧ ਰਹੀਆਂ ਨੇ, ਜਿਹਦੇ ਕਰਕੇ ਕਿ ਗਲੋਬਲ ਵਾਰਮਿੰਗ ਵੀ ਬਹੁਤ ਜ਼ਿਆਦਾ ਹੋਣ ਲੱਗ ਗਈ। ਨੈਕਸਟ ਆਪਣੇ ਕੋਲ ਹੈਗਾ ਆਕਸੀਜਨ ਚੱਕਰ। ਇਹ ਸਾਰੇ ਦੇ ਸਾਰੇ ਸਾਈਕਲ ਤੁਹਾਡੇ ਸਿਲੇਬਸ ਦੇ ਵਿੱਚ ਨੇ, ਸਾਰੇ ਬਹੁਤ ਇੰਪੋਰਟੈਂਟ ਹੈ, ਇਹਨਾਂ ਨੂੰ ਰਿਵਾਈਜ਼ ਕਰਿਓ, ਬਾਰ-ਬਾਰ ਧਿਆਨ ਨਾਲ ਪੜ੍ਹਿਓ। ਠੀਕ ਹੈ, ਦੇਖੋ ਧਰਤੀ ਦੀ ਪੇਪੜੀ ਵਿੱਚ ਯੌਗਿਕਾਂ ਦੇ ਰੂਪ ਵਿੱਚ, ਹਵਾ ਵਿੱਚ ਕਾਰਬਨ ਡਾਈਆਕਸਾਈਡ ਦੇ ਰੂਪ ਵਿੱਚ, ਅਲੱਗ-ਅਲੱਗ ਚੀਜ਼ਾਂ ਦੇ ਵਿੱਚ ਕੀ ਆਕਸੀਜਨ ਮਿਲਦੀ ਆ। ਆਪਾਂ ਦੇਖਦੇ ਹਾਂ ਕਿਸੇ ਵੀ ਗੈਸ ਦਾ ਕੰਬੀਨੇਸ਼ਨ ਹੈ, ਜਿਸ ਤਰ੍ਹਾਂ ਕਿ SO2 ਲੈ ਲਓ, SO3, CO ਹੋ ਗਿਆ, CO3 ਹੋ ਗਿਆ, CO2 ਹੋ ਗਿਆ, ਇਹਨਾਂ ਸਾਰਿਆਂ ਦੇ ਵਿੱਚ ਕੌਣ ਮਿਲ ਰਿਹਾ, ਆਕਸੀਜਨ। ਠੀਕ ਹੈ, ਤਾਂ ਆਕਸੀਜਨ ਜਿਹੜੀ ਮੇਨ ਇੰਪੋਰਟੈਂਟ ਗੈਸ ਹੈ, ਜਿਹੜੀ ਕਿ ਇਹ ਸਾਰੀਆਂ ਚੀਜ਼ਾਂ ਦੇ ਨਾਲ ਕੰਬਾਈਨ ਹੋ ਕੇ ਨਵੀਆਂ ਚੀਜ਼ਾਂ ਤਿਆਰ ਕਰਦੀ ਹੈ। ਧਰਤੀ ਦੀ ਪੇਪੜੀ ਦੇ ਵਿੱਚ ਧਾਤਾਂ, ਸਿਲੀਕੌਨ ਦੇ ਆਕਸਾਈਡ, ਠੀਕ ਹੈ, ਵੱਖ-ਵੱਖ ਚੀਜ਼ਾਂ ਦੇ ਆਕਸਾਈਡਸ, ਕਾਰਬੋਨੇਟਸ, ਸਲਫੇਟਸ, ਕਾਰਬੋਨੇਟਸ CO3, ਕਾਰਬੋਨੇਟਸ, ਸਲਫੇਟਸ, ਨਾਈਟ੍ਰੇਟਸ, ਠੀਕ ਹੈ, ਵੱਖ-ਵੱਖ ਖਣਿਜ ਪਦਾਰਥਾਂ ਦੇ ਵਿੱਚ ਜਿਹੜੀ ਆਕਸੀਜਨ ਹੈ ਉਹਦੀ ਮਾਤਰਾ ਜਿਹੜੀ ਪਾਈ ਜਾਂਦੀ ਹੈ। ਠੀਕ ਹੈ, ਹੋਰ ਕਿਸ ਤਰ੍ਹਾਂ ਦੇ ਨੂੰ, ਜਿਵੇਂ ਕਿ ਕਾਰਬੋਹਾਈਡਰੇਟਸ ਹੋ ਗਏ, ਪ੍ਰੋਟੀਨਸ ਹੋ ਗਏ, ਨਿਊਕਲਿਕ ਐਸਿਡ, ਚਰਬੀ, ਇਹਨਾਂ ਸਾਰਿਆਂ ਦੇ ਵਿੱਚ ਵੀ ਕੀ ਹੈ, ਆਕਸੀਜਨ ਦੀ ਜਿਹੜੀ ਵੱਖ-ਵੱਖ ਤਰ੍ਹਾਂ ਨਾਲ ਮਾਤਰਾ ਜਿਹੜੀ ਪ੍ਰੈਜ਼ੈਂਟ ਹੈ। ਠੀਕ ਹੈ, ਵਾਯੂਮੰਡਲ ਦੇ ਵਿੱਚ ਦੇਖੋ ਆਕਸੀਜਨ ਦੀ ਵਰਤੋਂ 3 ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਕਿਵੇਂ ਕਰਦੇ ਹਾਂ, ਪਹਿਲਾਂ ਤਾਂ ਹੈਗਾ ਸਾਹ ਕਿਰਿਆ ਲੈਣ ਲਈ। ਠੀਕ ਹੈ, ਆਪਾਂ ਸਾਹ ਦੇ ਰਾਹੀਂ ਕਿਹੜੀ ਲੈ ਕੇ ਜਾਂਦੇ ਹਾਂ ਗੈਸ, ਆਕਸੀਜਨ, ਤੇ ਬਾਹਰ ਕਿਹੜੀ ਕਰਦੇ ਹਾਂ, ਕਾਰਬਨ ਡਾਈਆਕਸਾਈਡ। ਦੂਸਰਾ ਹੈਗਾ ਜਲਣ ਕਿਰਿਆ, ਕਿ ਆਪਾਂ ਕਿਸੇ ਵੀ ਚੀਜ਼ ਨੂੰ ਜਲਾਉਣਾ, ਅਗਰ ਆਪਾਂ ਇੱਕ ਛੋਟੀ ਜਿਹੀ ਤੀਲੀ ਵੀ ਜਲਾਉਣੀ ਹੈ ਤਾਂ ਆਪਾਂ ਨੂੰ ਕਿਹੜੀ ਗੈਸ ਦੀ ਜ਼ਰੂਰਤ ਹੈ, ਆਕਸੀਜਨ ਦੀ। ਜਿੱਥੇ ਵੀ ਆਕਸੀਜਨ ਹੈ ਜਿਹੜੀ ਨਹੀਂ ਹੋਊਗੀ ਉੱਥੇ ਕਦੇ ਵੀ ਜਲਣ ਕਿਰਿਆ ਨਹੀਂ ਹੋ ਸਕਦੀ। ਜਿਸ ਤਰ੍ਹਾਂ ਆਪਾਂ ਛੋਟੀਆਂ ਕਲਾਸਾਂ ਦੇ ਵਿੱਚ ਛੋਟਾ ਜਿਹਾ ਐਕਸਪੈਰੀਮੈਂਟ ਕਰਦੇ ਹੁੰਦੇ ਆ ਕਿ ਆਪਾਂ ਨੇ ਮੋਮਬੱਤੀ ਲੈਤੀ, ਮੋਮਬੱਤੀ ਨੂੰ ਜਲਾਇਆ ਆਪਾਂ ਨੇ, ਠੀਕ ਹੈ, ਉਸ ਤੋਂ ਬਾਅਦ 'ਚੋਂ ਆਪਾਂ ਨੇ ਕੋਈ ਵੀ ਕੱਚ ਦਾ ਗਲਾਸ ਜਾਂ ਕੋਈ ਵੀ ਬਰਤਨ ਆ ਜਿਹੜਾ ਮੋਮਬੱਤੀ ਦੇ ਉੱਪਰ ਰੱਖ ਦਿੱਤਾ, ਤਾਂ ਆਪਾਂ ਦੇਖਿਆ ਕਿ ਮੋਮਬੱਤੀ ਉਹਦੀ ਬੁੱਝ ਜਾਂਦੀ ਹੈ। ਇਸ ਤਰ੍ਹਾਂ ਨਾਲ ਕਿਉਂ ਹੋਇਆ, ਕਿਉਂਕਿ ਜਿਹੜਾ ਅੱਗ ਦਾ ਸੰਪਰਕ ਸੀ ਉਹ ਹਵਾ ਨਾਲੋਂ ਕੱਟ ਕਰ ਗਿਆ, ਆਕਸੀਜਨ ਨਾਲ ਸੰਪਰਕ ਟੁੱਟ ਗਿਆ, ਜਿਹਦੇ ਕਰਕੇ ਜਲਣ ਕਿਰਿਆ ਜਿਹੜੀ ਬੰਦ ਹੋ ਗਈ। ਠੀਕ ਹੈ, ਉਸ ਤੋਂ ਬਾਅਦ 'ਚੋਂ ਥਰਡ ਹੈਗਾ ਨਾਈਟ੍ਰੋਜਨ ਦੇ ਆਕਸਾਈਡ ਬਣਾਉਣ ਦੇ ਵਿੱਚ, ਸਾਰੀਆਂ ਚੀਜ਼ਾਂ ਦੇ ਹੀ ਆਕਸਾਈਡ ਬਣਾਉਣ ਦੇ ਵਿੱਚ ਆਕਸੀਜਨ ਦੀ ਵਰਤੋਂ ਕੀਤੀ ਜਾਂਦੀ ਹੈ। ਦੇਖੋ ਇਹ ਹੈਗਾ ਆਪਣੇ ਕੋਲ ਆਕਸੀਜਨ ਸਾਈਕਲ। ਦੇਖੋ O2 ਹੈ ਜਿਹੜੀ ਐਟਮੋਸਫੀਅਰ ਦੇ ਵਿੱਚ ਵੀ ਪ੍ਰੈਜ਼ੈਂਟ ਹੈ, ਫੋਟੋਸਿੰਥਸਿਸ ਤੋਂ ਵੀ ਬਣਦੀ ਹੈ ਇਹ। ਠੀਕ ਹੈ, ਪਲਾਂਟਸ ਜਦੋਂ ਰੈਸਪੀਰੇਸ਼ਨ ਕਰਦੇ ਆ ਉਦੋਂ ਕਿਹੜੀ ਗੈਸ ਦਿੰਦੇ ਆ, ਆਕਸੀਜਨ ਦਿੰਦੇ ਆ। ਦੇਖੋ ਐਨੀਮਲਸ ਨੇ ਜਿਹੜੇ, ਪੇੜ ਨੇ, ਠੀਕ ਹੈ, ਅਤੇ ਆਪਣੇ ਕੋਲ ਜਿਹੜੀ ਫੈਕਟਰੀਆਂ ਨੇ ਉਹ ਸਾਰੇ ਕੀ ਕਰ ਰਹੇ ਨੇਗੇ, ਇਹ ਸਾਰੇ ਹੀ ਕਾਰਬਨ ਡਾਈਆਕਸਾਈਡ ਛੱਡਦੇ ਆ, ਅਤੇ ਕਾਰਬਨ ਡਾਈਆਕਸਾਈਡ ਨੂੰ ਸੋਕ ਕੌਣ ਰਿਹਾ, ਪਲਾਂਟਸ ਕੀ ਪੈਦਾ ਕਰ ਰਹੇ ਆ, ਆਕਸੀਜਨ। ਇਸ ਤਰ੍ਹਾਂ ਨਾਲ ਪੂਰੇ ਸਰਕਲ ਆ ਜਿਹੜਾ ਚੱਲਦਾ ਰਹਿੰਦਾ। ਆਕਸੀਜਨ ਫੋਟੋਸਿੰਥਸਿਸ ਦੇ ਰਾਹੀਂ ਪੈਦਾ ਹੁੰਦੀ ਰਹਿੰਦੀ ਹੈ, ਅਤੇ ਵੱਖ-ਵੱਖ ਜਿਹੜੇ ਉਤਪਾਦਕ ਨੇਗੇ ਉਹ ਪੈਦਾ ਕਰਦੇ ਆ, ਅਤੇ ਵੱਖ-ਵੱਖ ਜਿਹੜੇ ਖਪਤਕਾਰ ਨੇ ਉਹ ਕੀ ਹੈ, ਇਹਨੂੰ ਵਰਤ ਲੈਂਦੇ ਆ। ਇਸ ਤਰ੍ਹਾਂ ਨਾਲ ਵਾਪਸ ਫਿਰ ਇਨਵਾਇਰਮੈਂਟ ਦੇ ਵਿੱਚ ਆ ਜਾਂਦੀ ਹੈ। ਪੂਰਾ ਸਾਈਕਲ ਹੈ ਜਿਹੜਾ ਇਸ ਤਰ੍ਹਾਂ ਨਾਲ ਚੱਲਦਾ ਰਹਿੰਦਾ ਹੈ। ਠੀਕ ਹੈ, ਅਤੇ ਆਪਾਂ ਇਹ ਯਾਦ ਰੱਖਣਾ ਕਿ ਸਿਰਫ ਇੱਕੋ ਹੀ ਇਹੋ ਜਿਹੀ ਕਿਰਿਆ ਹੈਗੀ, ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ, ਜਿਹਦੇ ਰਾਹੀਂ ਆਕਸੀਜਨ ਬਣਦੀ ਹੈ, ਕਿਉਂਕਿ ਬਾਕੀ ਸਾਰੇ ਤਾਂ ਯੂਜ਼ ਕਰਦੇ ਆ। ਸਿਰਫ ਆਕਸੀਜਨ ਬਣਦੀ ਕਿਵੇਂ ਆ, ਜਦੋਂ ਪੌਦੇ ਆਪਣਾ ਭੋਜਨ ਤਿਆਰ ਕਰਦੇ ਆ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੀ ਮਦਦ ਦੇ ਨਾਲ, ਉਦੋਂ ਹੀ ਸਿਰਫ ਜਿਹੜੀ ਆਕਸੀਜਨ ਹੈ ਬਣਦੀ ਹੈ। ਠੀਕ ਹੈ ਜੀ, ਨੈਕਸਟ ਇੰਪੋਰਟੈਂਟ ਟੌਪਿਕ ਹੈਗਾ ਓਜ਼ੋਨ ਪਰਤ, ਯਾਨੀ ਕਿ ਓਜ਼ੋਨ ਲੇਅਰ। ਠੀਕ ਹੈ, ਇਹ ਕੀ ਹੈ, ਆਪਣੀ ਧਰਤੀ ਦੇ ਬਾਹਰ, ਠੀਕ ਹੈ, ਇੱਕ ਪਰਤ ਬਣੀ ਹੋਈ ਹੈ ਜਿਹੜੀ ਕੀ ਕਰਦੀ ਹੈ, ਆਪਾਂ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਂਦੀ ਹੈ। ਕਿਉਂਕਿ ਜੇ ਉਹ ਕਿਰਨਾਂ ਧਰਤੀ ਦੇ ਉੱਪਰ ਆ ਗਈਆਂ ਤਾਂ ਆਪਾਂ ਨੂੰ ਬਹੁਤ ਸਾਰੇ ਚਮੜੀ ਦੇ ਰੋਗ, ਬਹੁਤ ਸਾਰੇ ਹੋਰ ਤਰ੍ਹਾਂ ਦੇ ਜਿਹੜੇ ਰੋਗ ਨੇ ਹੋ ਸਕਦੇ ਆ। ਠੀਕ ਹੈ, ਤਾਂ ਉਹਨਾਂ ਤੋਂ ਬਚਾਉਣ ਦੇ ਵਾਸਤੇ ਇਹ ਕੀ ਹੈ, ਪਰਾਵੈਂਗਨੀ ਕਿਰਨਾਂ ਨੂੰ, UV ਲਾਈਟਸ ਨੂੰ ਧਰਤੀ 'ਤੇ ਆਉਣ ਤੋਂ ਰੋਕਦੀ ਹੈ। ਤਾਂ ਆਪਣੀ ਲਾਈਫ ਦੇ ਲਈ ਇਹ ਬਹੁਤ ਹੀ ਜ਼ਰੂਰੀ ਪਰਤ ਹੈ ਜਿਹੜੀ ਕਿ ਹੋਣੀ ਚਾਹੀਦੀ ਹੈ। ਹੁਣ ਓਜ਼ੋਨ ਬਣਦੀ ਕਿਵੇਂ ਹੈ, ਆਕਸੀਜਨ ਦੇ ਤਿੰਨੋਂ ਨੂੰ ਮਿਲ ਕੇ ਕੀ ਬਣਾਉਂਦੇ ਆ, ਓਜ਼ੋਨ ਬਣਾਉਂਦੇ ਆ। ਤਾਂ O3
ਓਜ਼ੋਨ ਦਾ ਕੀ ਹੈ ਫਾਰਮੂਲਾ ਹੈ, ਇਹ ਧਰਤੀ ਦੇ ਉੱਤਰਲੇ ਤਾਪਮਾਨ ਦੇ ਵਿੱਚ ਉੱਪਰ ਵਾਯੂਮੰਡਲ ਦੇ ਉਤਲੇ ਭਾਗ ਦੇ ਵਿੱਚ ਜਦੋਂ ਆਪਣੇ ਕੋਲ ਆਕਸੀਜਨ ਦੇ 3 ਅਣੂ ਆਪਸ ਦੇ ਵਿੱਚ ਮਿਲ ਜਾਂਦੇ ਆ ਤਾਂ ਉਹ ਕਿਸ ਚੀਜ਼ ਦਾ ਨਿਰਮਾਣ ਕਰਦੇ ਆ? ਓਜ਼ੋਨ ਦਾ। ਠੀਕ ਹੈ, ਹੁਣ ਦੇਖੋ ਉੱਪਰ ਆਪਾਂ ਨੂੰ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਕਿਹੜੇ ਮੰਡਲ ਦੇ ਵਿੱਚ ਪਾਈ ਜਾਂਦੀ ਆ। ਆਪਾਂ ਪਿਛਲੀ ਵੀਡੀਓ ਦੇ ਵਿੱਚ ਪੜ੍ਹੇ ਸੀ ਨਾ, ਤਾਪ ਮੰਡਲ, ਸਮਤਾਪ ਮੰਡਲ, ਹੈ ਨਾ, ਸਟੈਥੋਸਫੀਅਰ, ਟ੍ਰੋਪੋਸਫੀਅਰ, ਇਸ ਤਰ੍ਹਾਂ ਕਿ ਕਿਹੜੇ ਸਫੀਅਰ ਦੇ ਵਿੱਚ ਪਾਈ ਜਾਂਦੀ ਹੈ, ਇਹ ਵੀ ਯਾਦ ਕਰਨਾ ਤੁਸੀਂ ਨੇ, ਜਿਹੜਾ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਡਿਸਕਸ ਕੀਤਾ ਸੀ। ਦੇਖੋ ਜੇ ਆਪਣੇ ਸਫੀਅਰ ਦੇ ਵਿੱਚ ਜਿਹੜੇ ਆਪਾਂ ਰਹਿੰਦੇ ਹਾਂ ਜਿਹੜੇ ਮੰਡਲ ਦੇ ਵਿੱਚ, ਜੇ ਉੱਥੇ ਆ ਜਾਂਦੀ ਆ ਓਜ਼ੋਨ ਤਾਂ ਉੱਥੇ ਕੀ ਹੈ? ਹਾਨੀਕਾਰਕ ਹੈ। ਕਿਉਂ ਹਾਨੀਕਾਰਕ ਹੈ? ਕਿਉਂਕਿ ਓਜ਼ੋਨ ਆ ਜਿਹੜੀ ਆਕਸੀਜਨ ਦੇ ਨਾਲ ਕੰਬਾਈਨ ਕਰਕੇ ਕੀ ਬਣਾਊਗੀ? ਓਜ਼ੋਨ ਦੇ ਮੋਲੀਕਿਊਲ ਬਣਾਊਗੀ, ਜਿਹਦੇ ਕਰਕੇ ਆਕਸੀਜਨ ਦੀ ਕਮੀ ਹੋਣੀ ਸਟਾਰਟ ਹੋ ਜੂਗੀ। ਠੀਕ ਹੈ, ਇਸ ਕਰਕੇ ਆਪਣੇ ਇਨਵਾਇਰਮੈਂਟ ਦੇ ਵਿੱਚ ਟ੍ਰੋਪੋਸਫੀਅਰ ਦੇ ਵਿੱਚ ਇਹ ਕੀ ਆ? ਹਾਨੀਕਾਰਕ ਹੈ। ਬਟ ਉੱਪਰਲੇ ਇਨਵਾਇਰਮੈਂਟ ਦੇ ਵਿੱਚ ਇਹ ਕੀ ਆਪਣੇ ਲਈ ਯੂਜ਼ਫੁਲ ਹੈ, ਕਿਉਂਕਿ ਇਹ ਹਾਨੀਕਾਰਕ ਪਰਾਵੈਂਗਨੀ ਵਿਕਿਰਨਾਂ ਤੋਂ ਧਰਤੀ ਨੂੰ ਬਚਾਉਂਦੀ ਹੈ। ਠੀਕ ਹੈ, ਧਰਤੀ ਦੀ ਸਤ੍ਹਾ ਦੇ ਉੱਪਰ ਆਉਣ ਤੋਂ ਬਚਾਉਂਦੀ ਹੈ, ਤਾਂ ਜੋ ਜਿਹੜੇ ਜੀਵ ਨੇ ਸੁਰੱਖਿਅਤ ਰਹਿ ਸਕਣ, ਉਹਨਾਂ ਨੂੰ ਕੋਈ ਹਾਨੀ ਨਾ ਪਹੁੰਚੇ। ਦੇਖੋ ਜਿਹੜੀ ਇਹ ਪਰਤ ਆਲੇ ਦੁਆਲੇ ਬਣੀ ਹੋਈ ਹੈ, ਇਹ ਆਪਣੀ ਅਰਥ ਹੈ। ਇਸ ਦੇ ਆਲੇ ਦੁਆਲੇ ਜਿਹੜੀ ਇਹ ਪਰਤ ਬਣੀ ਹੋਈ ਹੈ, ਇਹ ਕੀ ਆਪਣੇ ਕੋਲੇ ਓਜ਼ੋਨ ਪਰਤ। ਠੀਕ ਹੈ, ਪਰ ਕੀ ਹੋ ਰਿਹਾ ਹੈ, ਸਮੇਂ ਦੇ ਨਾਲ ਆਪਾਂ ਇੰਨੀਆਂ ਜ਼ਿਆਦਾ ਹਾਨੀਕਾਰਕ ਗੈਸਾਂ ਪ੍ਰੋਡਿਊਸ ਕਰ ਰਹੇ ਹਾਂ ਕਾਰਖਾਨਿਆਂ, ਫੈਕਟਰੀਆਂ ਦੇ ਵਿੱਚੋਂ, ਜਾਂ ਆਪਣੇ ਜਿਹੜੇ ਆਵਾਜਾਈ ਚੱਲ ਰਹੀ ਹੈ ਉਹਨਾਂ ਦੇ ਵਿੱਚੋਂ। ਠੀਕ ਹੈ, ਜੇ ਆਪਾਂ AC, ਫਰਿੱਜ, ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਯੂਜ਼ ਕਰ ਰਹੇ ਹਾਂ, ਜਿਹਦੇ ਕਰਕੇ ਕੀ ਇਸ ਤਰ੍ਹਾਂ ਦੀਆਂ ਗੈਸਾਂ ਪੈਦਾ ਹੋ ਰਹੀਆਂ ਨੇ ਜਿਹੜੀਆਂ ਓਜ਼ੋਨ ਪਰਤ ਨੂੰ ਨਸ਼ਟ ਕਰ ਰਹੀਆਂ ਨੇ। ਠੀਕ ਹੈ ਜੀ, ਓਜ਼ੋਨ ਪਰਤ ਦੇ ਵਿੱਚ ਕੀ ਹੈ? ਹੋਲ ਬਣ ਰਹੇ ਨੇ, ਛੋਟੇ ਛੋਟੇ ਛੇਕ ਬਣ ਰਹੇ ਨੇ, ਜਿਹਦੇ ਕਰਕੇ ਉਹ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਅਤੇ ਪਰਾਵੈਂਗਨੀ ਕਿਰਨਾਂ ਕੀ ਨੇ? ਡਾਇਰੈਕਟ ਧਰਤੀ 'ਤੇ ਪਹੁੰਚ ਪਾ ਰਹੀਆਂ ਨੇ। ਠੀਕ ਹੈ, ਅਗਰ ਕਿਤੇ ਵੀ ਇਸ ਤਰ੍ਹਾਂ ਦਾ ਹੋਲ ਬਣ ਜੂਗਾ ਤਾਂ ਕਿਰਨਾਂ ਜਿਹੜੀਆਂ ਸਿੱਧੀਆਂ ਧਰਤੀ ਦੇ ਉੱਪਰ ਪਹੁੰਚਣਗੀਆਂ, ਜਿਹਦੇ ਕਰਕੇ ਆਪਾਂ ਨੂੰ ਕਿਸੇ ਤਰ੍ਹਾਂ ਵੀ ਬਿਮਾਰੀ, ਸਕਿਨ ਇਨਫੈਕਸ਼ਨ, ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਹੋ ਸਕਦੀਆਂ ਨੇ। ਦੇਖੋ ਓਜ਼ੋਨ ਲੇਅਰ ਕਹਿੰਦੇ ਡਿਪਲੀਟ ਹੋ ਰਹੀ ਹੈ, ਨਸ਼ਟ ਹੋ ਰਹੀ ਹੈ। ਕਿਹਦੇ ਕਰਕੇ ਹੋ ਰਿਹਾ ਡਿਪਲੀਸ਼ਨ? ਮਨੁੱਖ ਦੁਆਰਾ ਬਣਾਈ ਹੋਈਆਂ ਚੀਜ਼ਾਂ ਦੇ ਕਰਕੇ, ਕਿਉਂਕਿ ਜਿਹੜੇ ਆਪਾਂ ਯੂਜ਼ ਕਰਦੇ ਹਾਂ ਚੀਜ਼ਾਂ, ਜਿਵੇਂ ਫਰਿੱਜ ਹੋ ਗਏ, AC ਹੋ ਗਏ, ਉਹਨਾਂ ਦੇ ਵਿੱਚ ਕੀ ਪਾਇਆ ਜਾਂਦਾ? ਕਲੋਰੋਫਲੋਰੋਕਾਰਬਨਸ। ਤੁਹਾਨੂੰ ਆਪਸ਼ਨ ਐਵੇਂ ਆ ਸਕਦਾ ਹੈ CFCS ਕਲੋਰੋਫਲੋਰੋਕਾਰਬਨਸ ਦੇ ਕਰਕੇ ਹੀ ਜਿਹੜੀ ਓਜ਼ੋਨ ਪਰਤ ਨਸ਼ਟ ਹੋ ਰਹੀ ਹੈ, ਕਿਉਂਕਿ ਜਿਹੜੇ CFC ਹੁੰਦੀਆਂ ਨੇ ਉਹ ਕੀ ਕਰਦੀਆਂ ਨੇ? ਦਾਖਲ ਹੋ ਜਾਂਦੇ ਨੇ ਵਾਯੂਮੰਡਲ ਦੇ ਵਿੱਚ, ਅਤੇ ਉਸ ਓਜ਼ੋਨ ਪਰਤ ਨੂੰ ਕੀ ਕਰ ਦਿੰਦੀਆਂ ਨੇ? ਨਸ਼ਟ ਕਰ ਦਿੰਦੀਆਂ ਨੇ। ਠੀਕ ਹੈ, ਕਿਉਂਕਿ ਇਹ ਖਤਮ ਨਹੀਂ ਹੁੰਦੇ, ਜਦੋਂ ਇਹ ਓਜ਼ੋਨ ਪਰਤ ਕੋਲ ਪਹੁੰਚਦੇ ਆ ਉਹਦੇ ਨਾਲ ਕੀ ਆ? ਪ੍ਰਤੀਕਿਰਿਆ ਕਰਦੇ ਆ, ਜਿਹਦੇ ਕਰਕੇ ਕਿ ਓਜ਼ੋਨ ਪਰਤ ਆ ਜਿਹੜੀ ਲਗਾਤਾਰ ਨਸ਼ਟ ਹੋ ਰਹੀ ਹੈ, ਓਜ਼ੋਨ ਪਰਤ ਦੇ ਵਿੱਚ ਕਮੀ ਹੋ ਰਹੀ ਹੈ। ਜਿਵੇਂ ਕਿ ਆਪਾਂ ਅੰਟਾਰਕਟਿਕਾ ਦੇ ਵਿੱਚ ਦੇਖਿਆ, ਜਿਹੜਾ ਇਹ ਹੋਲ ਹੋ ਚੁੱਕਿਆ, ਉੱਥੇ ਲੋਕਾਂ ਨੂੰ ਬਹੁਤ ਜ਼ਿਆਦਾ ਸਕਿਨ ਦੀਆਂ ਪ੍ਰੋਬਲਮਾਂ ਆਉਣੀਆਂ ਸਟਾਰਟ ਹੋ ਗਈਆਂ। ਤਾਂ ਇਸ ਤਰ੍ਹਾਂ ਜੇ ਆਪਾਂ ਲਗਾਤਾਰ ਓਜ਼ੋਨ ਪਰਤ ਨੂੰ ਖਰਾਬ ਕਰਦੇ ਜਾਵਾਂਗੇ, ਨਸ਼ਟ ਕਰਦੇ ਜਾਵਾਂਗੇ, ਇਸ ਤਰ੍ਹਾਂ ਦੀਆਂ ਚੀਜ਼ਾਂ ਵਰਤਾਂਗੇ, ਤਾਂ ਆਪਾਂ ਵੀ ਸੁਰੱਖਿਅਤ ਨਹੀਂ ਰਹਾਂਗੇ, ਕਿਉਂਕਿ ਪਰਾਵੈਂਗਨੀ ਕਿਰਨਾਂ ਨੇ ਜਿਹੜੀਆਂ ਉਹ ਡਾਇਰੈਕਟ ਧਰਤੀ 'ਤੇ ਪਹੁੰਚਣਗੀਆਂ ਅਤੇ ਆਪਣੀ ਹੈਲਥ ਨੂੰ ਕੀ ਆ? ਅਫੈਕਟ ਕਰਨਗੀਆਂ। ਠੀਕ ਹੈ, ਇਸ ਕਰਕੇ ਆਪਾਂ ਨੂੰ ਵਾਤਾਵਰਨ ਨੂੰ ਜਿਹੜਾ ਬਚਾ ਕੇ ਰੱਖਣਾ ਚਾਹੀਦਾ। ਇਸ ਚੈਪਟਰ ਵਿੱਚ ਇੰਨਾ ਹੀ ਸੀਗਾ ਜਿਹੜਾ ਤੁਹਾਡਾ ਪਾਰਟ ਸੀ, ਇੰਪੋਰਟੈਂਟ ਸੀਗਾ। 2 ਵੀਡੀਓਜ਼ ਆਪਣੇ ਚੈਪਟਰ ਦੀਆਂ ਬਣੀਆਂ ਨੇ, ਦੋਨਾਂ ਨੂੰ ਹੀ ਚੰਗੀ ਤਰ੍ਹਾਂ ਦੇਖ ਲਿਓ। ਠੀਕ ਹੈ, ਹੁਣ ਰਿਜ਼ਲਟ ਵੀ ਆਊਟ ਹੋ ਚੁੱਕਿਆ ਹੈ, ਜਿਹੜੇ ਵੀ ਬੱਚੇ ਕੁਆਲੀਫਾਈ ਹੋਏ ਨੇ ਉਹ ਜਲਦੀ ਤੋਂ ਜਲਦੀ ਆਪਣੀ ਤਿਆਰੀ ਸਟਾਰਟ ਕਰ ਦਿਓ। ਠੀਕ ਹੈ, ਤਾਂ ਜੋ ਤੁਸੀਂ ਸਮੇਂ ਸਿਰ ਆਪਣਾ ਸਿਲੇਬਸ ਕੰਪਲੀਟ ਕਰ ਸਕੋ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ, ਕਮੈਂਟ ਜ਼ਰੂਰ ਕਰਿਆ ਕਰੋ। ਕਮੈਂਟ ਤੋਂ ਪਤਾ ਚੱਲਦਾ ਹੈ ਕਿ ਕਿਹੜੇ ਬੱਚੇ ਨੇ ਜਿਹੜੇ ਇੰਟਰਸਟ ਦਿਖਾ ਰਹੇ ਨੇ, ਕਿ ਬੱਚਿਆਂ ਨੂੰ ਕੀ ਪਸੰਦ ਆ ਰਿਹਾ ਹੈ, ਕੀ ਨਹੀਂ ਪਸੰਦ ਆ ਰਿਹਾ। ਠੀਕ ਹੈ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ।